ਜੋਰਾਵਰ ਸਿੰਘ ਨਾਮ ਧਰ ਸੁਨ ਹਰਖਿਓ ਪਰਵਾਰ। ਸਾਹਿਬਜ਼ਾਦੇ ਦਾ ਨਾਮ ਜੋਰਾਵਰ ਸਿੰਘ ਰੱਖ ਕੇ ਸਾਰੇ ਖੁਸ਼ ਹੋਏ ਹਨ। ਅਜੀਤ ਸਿੰਘ ਖੇਲ ਤੇ ਭੂਖਨ ਸ਼ਬਦ ਸੋ ਧਾਰ। ਬਾਬਾ ਅਜੀਤ ਸਿੰਘ ਜੀ ਉਹ ਲਗਭਗ 2.5-3 ਸਾਲ ਦੇ ਹੋ ਗਏ ਹਨ। ਬੜੇ ਸੋਹਣੇ ਬਸਤਰ ਤੇ ਗਹਿਣੇ ਪਾ ਕੇ ਮਾਤਾ ਜੀ ਸਜਾ ਕੇ ਰੱਖਦੇ ਨੇ ਸਾਹਿਬਜ਼ਾਦੇ ਨੂੰ, ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਿਹੜੇ ਵਿੱਚ ਖੇਡਦੇ ਬੜੇ ਸੋਹਣੇ ਲੱਗਦੇ ਹਨ। ਸਤਿਗੁਰ ਘਰ ਯੁਗ ਸਾਹਿਬਜ਼ਾਦੇ। ਹੁਣ ਮਹਾਰਾਜ ਦੇ ਘਰ 2 ਸਾਹਿਬਜ਼ਾਦੇ ਹੋ ਗਏ ਨੇ, 2 ਪੁੱਤਰ ਹੋ ਗਏ ਨੇ। 2 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਹੈ ਸਾਧ ਸੰਗਤ ਜੀ ਮਹਾਰਾਜ ਦੇ ਗ੍ਰਹਿ ਵਿਖੇ। ਮਾਤ ਬਿਲੋਕਤ ਚਿਤ ਅਹਲਾਦੇ। ਮਾਤਾ ਦਰਸ਼ਨ ਕਰਦੀ ਬੜੀ ਖੁਸ਼ ਹੁੰਦੀ ਹੈ ਜਦੋਂ ਆਪਣੇ ਲਾਲਾ ਨੂੰ ਖੇਡਦਿਆਂ ਵੇਖਦੀ ਹੈ। ਬਸਨ ਬਿਲਕੁਲ ਪਾਏ ਨਵੀਨੇ। ਬੜੇ ਸੋਹਣੇ ਬਸਤਰ ਤੇ ਗਹਿਣੇ ਸਾਹਿਬਜ਼ਾਦਿਆਂ ਨੂੰ ਪਾ ਕੇ ਮਾਤਾ ਸ਼ਿੰਗਾਰ ਕੇ ਰੱਖਦੀ ਹੈ। ਢੀਠ ਨ ਲਗੈ ਦਿਠੌਨਾ ਦੀਨੇ। ਤੇ ਮੇਰੇ ਪੁੱਤਰਾਂ ਨੂੰ ਨਜ਼ਰ ਨਾ ਲੱਗ ਜਾਵੇ ਕਾਲਾ ਟਿੱਕਾ ਲਾ ਕੇ ਰੱਖਦੀ ਹੈ। ਰਹਿ ਦੁਲਾਰਨ ਦਾਈ ਦਾਏ। ਔਰ ਦਾਈਆਂ ਦਾਏ ਖਿਲਾਰਦੇ ਲਾਡ ਕਰਦੇ ਹਨ, ਸੇਵਾ ਕਰਦੇ ਨੇ। ਭਾਈ ਚੌਪਾ ਸਿੰਘ ਜੀ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਵੀ ਆਪਣੀ ਗੋਦ ਵਿੱਚ ਖਿਡਾਇਆ, ਸਾਹਿਬਜ਼ਾਦਿਆਂ ਨੂੰ ਵੀ ਉਹੀ ਖਿਡਾਉਂਦੇ ਸਿਖਾਉਂਦੇ ਪੜ੍ਹਾਉਂਦੇ ਰਹਿੰਦੇ ਹਨ। ਨਰ ਨਾਰ ਹੀਰ ਹਰ ਖਾਏ। ਇਸਤਰੀ ਪੁਰਸ਼ ਸਾਰੇ ਲੋਕ ਨਗਰ ਨਿਵਾਸੀ ਵੇਖ ਕੇ ਸਾਹਿਬਜ਼ਾਦਿਆਂ ਨੂੰ ਖੁਸ਼ ਹੁੰਦੇ ਹਨ। ਸੰਗਤ ਸਹਿਤ ਮਸੰਦਨ ਬ੍ਰਿੰਦ। ਬਹੁਤ ਸਾਰੀਆਂ ਸੰਗਤਾਂ ਤੇ ਮਸੰਦ ਗੁਰੂ ਕੇ ਪਿਆਰੇ। ਜਨਮ ਗੁਰੂ ਨੰਦ ਆਨੰਦ। ਜਦੋਂ ਉਹਨਾਂ ਨੂੰ ਪਤਾ ਲੱਗਾ ਦੇਸਾਂ ਪ੍ਰਦੇਸਾਂ 'ਚ ਵੀ ਗੁਰੂ ਸਾਹਿਬ ਦੇ ਘਰ ਦੂਸਰਾ ਸਾਹਿਬਜ਼ਾਦਾ ਹੋਇਆ ਹੈ, ਬੜੀਆਂ ਖੁਸ਼ੀਆਂ ਮਨਾਈਆਂ ਹਨ ਸੰਗਤਾਂ ਨੇ। ਅਲੰਕਾਰ ਰਚਨਾ ਬਿਦ ਨਾਨਾ ਪ੍ਰਕਾਰ ਦੇ ਸੋਹਣੇ ਗਹਿਣੇ ਕਢਾ ਕਢਾ ਕੇ ਸੰਗਤਾਂ ਲੈ ਕੇ ਆਉਂਦੀਆਂ ਨੇ ਸਾਹਿਬਜ਼ਾਦਿਆਂ ਵਾਸਤੇ। ਰਾਮ ਹੈ ਦੇ ਦਰਬ ਮਹਾਨਾ। ਔਰ ਚੰਗੇ ਕਾਰੀਗਰਾਂ ਨੂੰ ਜਿਹੜੇ ਅੱਛੇ ਸੁਨਿਆਰ ਹਨ, ਸੋਨੇ ਦਾ ਕੰਮ ਵਧੀਆ ਕਰਦੇ ਹਨ, ਉਹਨਾਂ ਨੂੰ ਬਹੁਤ ਮਾਇਆ ਦੇ ਕੇ ਚੰਗੇ ਵਧੀਆ ਕੁੰਦਨ ਜੋ 12 ਬੰਨੀ ਸੋਨਾ ਹੁੰਦਾ, ਅੱਜ ਕੱਲ੍ਹ 24 ਗ੍ਰੇਡ ਕਹਿ ਦਿੰਦੇ ਹਨ, ਐਸੇ ਸੋਹਣੇ ਸੋਨੇ ਦੇ ਗਹਿਣੇ ਬਣਵਾਉਂਦੇ ਹਨ। ਭਾਂਤ ਕੀ ਬਸਨ ਬਣਾਵਹਿ। ਔਰ ਭਾਂਤ ਭਾਂਤ ਦੇ ਬਸਤਰ ਬਣਵਾ ਕੇ ਗੁਰੂ ਰਿਝਾਵਨ ਕਾਰਨ ਲਿਆਵਹਿ। ਗੁਰੂ ਮਹਾਰਾਜ ਨੂੰ ਪ੍ਰਸੰਨ ਕਰਨ ਵਾਸਤੇ ਲੈ ਕੇ ਆਉਂਦੇ ਹਨ ਸਿੱਖ। ਕਲਗੀਧਰ ਕਰ ਉਤ ਸਭ ਘਣੇ। ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੜੇ ਭਾਰੀ ਉਤਸਵ ਕਰਦੇ, ਬੜੇ ਵੱਡੇ ਸਮਾਗਮ ਕਰ ਰਹੇ ਹਨ, ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਦਿਨੋਂ ਦਿਨ ਆਨੰਦ ਦਾ ਵਾਜਾ ਵੱਜਦਾ ਹੈ, ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਹਰ ਸਾਲ ਵਿਸਾਖੀ ਦਾ ਮੇਲਾ ਬੜਾ ਭਰਦਾ ਹੈ। ਜਦੋਂ ਵਿਸੋਆ ਵਿਸਾਖੀ ਆਉਂਦੀ ਹੈ, ਇਸਤਰੀ ਪੁਰਸ਼ ਚਾਰੇ ਪਾਸਿਓਂ ਉੱਤਰ ਦੱਖਣ ਪੂਰਬ ਪੱਛੋਂ ਸੰਗਤਾਂ ਤੁਰ ਕੇ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਮਹਾਰਾਜ ਸ਼ਸਤਰ ਬਸਤਰ ਸਜਾ ਕੇ ਕਲਗੀ ਤੋੜੇ ਲਾ ਕੇ ਉੱਚੇ ਦੀਵਾਨ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦੀਵਾਨ ਸਜਾ ਕੇ ਬੈਠਦੇ ਹਨ। ਇਸ ਤਰ੍ਹਾਂ ਸੋਭਾ ਪਾਉਂਦੇ ਆ ਜਿਵੇਂ ਅਯੁੱਧਿਆ ਵਿੱਚ ਆਪਣੀ ਸਭਾ 'ਚ ਸ੍ਰੀ ਰਾਮ ਚੰਦਰ ਜੀ ਮਹਾਰਾਜ ਸੋਭਾ ਪਾਇਆ ਕਰਦੇ ਸਨ। ਬੜੀਆਂ ਸੁੰਦਰ ਵਧੀਆ ਵਧੀਆ ਭੇਟਾਵਾਂ, ਸੋਹਣੇ ਸੋਹਣੇ ਸ਼ਸਤਰ ਬਸਤਰ ਸੰਗਤਾਂ ਲੈ ਕੇ ਆਉਂਦੀਆਂ ਹਨ। ਲਿਆ ਲਿਆ ਕੇ ਪ੍ਰੇਮੀ ਜਾਨ ਮਹਾਰਾਜ ਦੇ ਚਰਨਾਂ ਵਿੱਚ ਸ਼ਸਤਰ ਬਸਤਰ ਘੋੜੇ ਮਾਇਆ ਅਰਦਾਸ ਕਰਾਉਂਦੇ ਹਨ। ਔਰ ਗੁਰੂ ਕੋਲੋਂ ਦੋਵਾਂ ਲੋਕਾਂ ਦਾ ਸੁੱਖ ਮੰਗਦੇ ਹਨ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਣਾ ਲੋੜਦੇ ਹਨ। ਬੜੀ ਭਾਵਨਾ ਨਾਲ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਹਨ। ਸਾਧ ਸੰਗਤ ਜੀ, ਕੋਈ ਦੁੱਧ ਦੀ ਆਸ ਲੈ ਕੇ ਆਉਂਦਾ, ਕੋਈ ਪੁੱਤ ਦੀ ਆਸ ਲੈ ਕੇ ਆਉਂਦਾ।
ਅਰਦਾਸ ਔਰ ਆਪਣੀ ਆਪਣੀ ਮਨੋਕਾਮਨਾ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਨ। ਰੋਗਤਾ ਜਾਚਤ ਸਈ ਕਈ ਮਹਾਰਾਜ ਕੋਲੋਂ ਦੇਹ ਰੋਗਤਾ ਮੰਗਦੇ ਨੇ, ਮਹਾਰਾਜ ਸਾਨੂੰ ਸਰੀਰ ਦੀ ਤੰਦਰੁਸਤੀ ਦਿਓ, ਅੰਮ੍ਰਿਤ ਵੇਲੇ ਉੱਠਣ ਜੋਗੇ ਹੋ ਜਾਈਏ, ਨਾਮ ਜਪਣ ਜੋਗੇ ਹੋ ਜਾਈਏ, ਸਰੀਰ ਨੂੰ ਕੋਈ ਬਿਮਾਰੀ ਕੋਈ ਰੋਗ ਨਾ ਰਵੇ, ਇਹੋ ਜਿਹੀਆਂ ਅਰਦਾਸਾਂ ਕਰਦੇ ਹਨ। ਗਿਆਨ ਚਾਹੇ ਸੇਵਤ ਕੀ ਤੇ ਕਈ ਕਹਿੰਦੇ ਭਗਤੀ ਦਾ ਦਾਨ ਦਿਓ, ਮਹਾਰਾਜ ਤੁਹਾਡੀ ਭਗਤੀ 'ਚ ਹੀ ਮਨ ਲੱਗਾ ਰਵੇ। ਕਈ ਕਹਿੰਦੇ ਮਹਾਰਾਜ ਸਾਨੂੰ ਆਤਮ ਪ੍ਰਕਾਸ਼ ਕਰ ਦਿਓ, ਬ੍ਰਹਮ ਗਿਆਨ ਦੀ ਦਾਤ ਬਖਸ਼ ਦਿਓ। ਲੋਕ ਹਜ਼ਾਰਾਂ ਦਰਸ਼ਨ ਕਰ ਕਰ ਹਜ਼ਾਰਾਂ ਲੋਕ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੇ ਹਨ। ਕਾਮਨਾ ਮੁਦ ਉਰ ਧਰ ਧਰ ਔਰ ਜਿਹੜੀ ਜਿਹੜੀ ਮਨੋਕਾਮਨਾ ਹੁੰਦੀ ਹੈ ਗੁਰੂ ਸਾਹਿਬ ਦੇ ਦਰ ਤੋਂ ਪੂਰੀ ਹੁੰਦੀ ਹੈ। ਆਪ ਆਪਣੀ ਸਦਨ ਸਿਧਾਰੈ ਮਨੋਕਾਮਨਾ ਪੂਰੀਆਂ ਕਰ ਕਰਕੇ ਸਿੱਖ ਆਪੋ ਆਪਣੇ ਦੇਸ਼ਾਂ ਨੂੰ, ਨਗਰਾਂ ਨੂੰ, ਸ਼ਹਿਰਾਂ ਨੂੰ, ਪਿੰਡਾਂ ਨੂੰ ਵਾਪਸ ਚਲੇ ਜਾਂਦੇ ਹਨ। ਜਿਸ ਮੈਂ ਸੁਭ ਸੁਜਸ ਪਸਾਰੈ ਔਰ ਚਾਰੇ ਪਾਸੇ ਮਹਾਰਾਜ ਦਾ ਜਸ ਕਰਦੇ ਨੇ। ਗੁਰੂ ਕੇ ਸਿੱਖਾਂ ਦੀ ਡਿਊਟੀ ਹੈ ਸਾਧ ਸੰਗਤ ਜੀ। ਜੇ ਅਸੀਂ ਚਾਹੁੰਦੇ ਹਾਂ ਵੀ ਸਾਰੀ ਦੁਨੀਆ 'ਚ ਸਿੱਖੀ ਦਾ ਪ੍ਰਚਾਰ ਹੋਵੇ ਤੇ ਇਕੱਲੀ ਕਥਾਵਾਚਕਾਂ ਦੀ ਡਿਊਟੀ ਨਹੀਂ। ਜਿਹਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ, ਜਿਹਨੂੰ ਮਹਾਰਾਜ ਤੰਦਰੁਸਤੀ ਦਿੰਦੇ ਨੇ, ਜਿਹਦੇ ਘਰ ਮਹਾਰਾਜ ਦੁੱਧ ਪੁੱਤ ਦਿੰਦੇ ਨੇ, ਉਹਦਾ ਫਰਜ਼ ਹੈ ਕਿ 10 ਹੋਰਾਂ ਨੂੰ ਵੀ ਲੈ ਕੇ ਆਵੇ। ਭਾਈ ਆਓ ਚੱਲੋ, ਇੱਧਰ ਉੱਧਰ ਨਾ ਭਟਕੋ, ਆਪਣਾ ਧਰਮ ਨਾ ਬਦਲੋ, ਬਲਕਿ ਗੁਰੂ ਰਾਮਦਾਸ ਦੇ ਦਰਬਾਰ ਹਰਿਮੰਦਰ ਸਾਹਿਬ ਜਾਓ, ਸ੍ਰੀ ਕੇਸਗੜ੍ਹ ਸਾਹਿਬ ਜਾਓ, ਹਜੂਰ ਸਾਹਿਬ ਜਾਓ, ਪਟਨਾ ਸਾਹਿਬ ਜਾਓ, ਤਰਨਤਾਰਨ ਸਾਹਿਬ ਜਾਓ, ਪੰਜੋਖਰਾ ਸਾਹਿਬ ਜਾਓ, ਸ਼ਹੀਦਾਂ ਸਿੰਘਾਂ ਦੇ ਅਸਥਾਨਾਂ 'ਤੇ ਜਾਓ, ਬਾਬਾ ਦੀਪ ਸਿੰਘ ਦੇ ਅਸਥਾਨਾਂ 'ਤੇ ਜਾਓ। ਉੱਥੇ ਜਾ ਕੇ ਜੋ ਮੰਗੋ ਮਿਲੇਗਾ। ਬਾਬੇ ਬੁੱਢੇ ਸਾਹਿਬ ਜੀ ਦੀ ਜਾ ਕੇ ਅਰਦਾਸ ਕਰਾਓ, ਦੁੱਧ ਪੁੱਤ ਸਭ ਕੁਝ ਮਿਲੇਗਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖਾਂ ਦੀ ਡਿਊਟੀ ਹੁੰਦੀ ਹੈ ਵੀ ਉਹ ਆਪਣੇ ਗੁਰੂ ਦਾ ਧੰਨਵਾਦ ਕਰਦੇ ਰਹਿਣ ਤੇ ਦੂਜਿਆਂ ਨੂੰ ਵੀ ਦੱਸਦੇ ਰਹਿਣ। ਇੱਦਾਂ ਗੁਰਸਿੱਖੀ ਦਾ ਵਾਧਾ ਹੁੰਦਾ ਹੈ। ਸੋ ਸਾਧ ਸੰਗਤ ਜੀ ਗੁਰੂ ਕੇ ਸਿੱਖ ਕੀ ਕਰਦੇ? ਗੁਰੂ ਘਰ ਤੋਂ ਝੋਲੀਆਂ ਭਰ ਕੇ ਆਉਂਦੇ ਆ, ਲੁਕਾਉਂਦੇ ਨਹੀਂ, ਬਲਕਿ ਦੂਜਿਆਂ ਨੂੰ ਕਹਿੰਦੇ ਭਾਈ ਸਾਡਾ ਕਾਰਜ ਤੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਨਾਲ ਹੋਇਆ। ਇੱਧਰ ਉੱਧਰ ਮੜੀਆਂ ਮਸਾਣਾਂ ਤੇ ਭੂਤਾਂ ਪ੍ਰੇਤਾਂ ਦੇ ਝੁੰਡਾਂ ਤੇ ਮੱਥਾ ਨਾ ਟੇਕੋ। ਚਲੋ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਜੋ ਵੀ ਮੰਗੋਗੇ ਮਿਲ ਜਾਵੇਗਾ। ਚਿਤ ਰਹਿ ਸਮੀਪ ਗੁਸਾਈ ਕਈ ਗੁਰੂ ਕੇ ਲਾਲ ਤਾਂ ਗੁਰੂ ਦੇ ਕੋਲ ਹੀ ਰਹਿੰਦੇ, ਆਪਣਾ ਜੀਵਨ ਸਫਲਾ ਕਰਨ ਵਾਸਤੇ ਸਤਿਗੁਰਾਂ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦੇ ਹਨ। ਜੀਵਤ ਚਰਨ ਕਮਲ ਸੁਖਦਾਈ ਉਹ ਪਾਤਸ਼ਾਹ ਦੇ ਸੁਖਦਾਈ ਚਰਨਾਂ ਦੀ ਸੇਵਾ ਕਰਦੇ ਹਨ। ਸਾਹਿਬ ਜਾਦਨ ਕੋ ਦਰਸੰਤੇ ਤੇ ਨਾਲੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੀਆਂ ਨੇ ਸੰਗਤਾਂ। ਕਰਹਿ ਦੁਲਾਰਨ ਆਨੰਦ ਵਧੰਤੇ ਪਿਆਰੇ ਗੁਰੂ ਕੇ ਸਿੱਖ ਸਾਹਿਬਜ਼ਾਦਿਆਂ ਨੂੰ ਗੋਦੀ ਚੁੱਕ ਚੁੱਕ ਕੇ ਲਾਡ ਪਿਆਰ ਕਰਦੇ ਹਨ। ਸਾਹਿਬਜ਼ਾਦਿਆਂ ਦੇ ਚਰਨਾਂ ਦੇ ਨਮਸਕਾਰ ਕਰਦੇ ਹਨ। ਜਦੋਂ ਸਾਹਿਬਜ਼ਾਦੇ ਖੇਡਦੇ ਹਨ ਤਾਂ ਦਰਸ਼ਨ ਕਰ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਹਨ। ਪੁੱਤਰਨ ਕੋ ਪ੍ਰਤਪਾਰਨ ਆਛੇ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਬੜੇ ਲਾਡਾਂ ਤੇ ਪਿਆਰਾਂ ਨਾਲ ਪਾਲ ਰਹੀ ਹੈ। ਗੁਜਰੀ ਨਿਤ ਸਰੀਆ ਹੈ ਬਾਛੇ ਆਪਣੇ ਪੋਤਰਿਆਂ ਦਾ ਕਲਿਆਣ ਚਾਹੁੰਦੀ, ਭਲਾ ਹੋਵੇ, ਮੇਰੇ ਬੱਚੇ ਵੱਡੀਆਂ ਉਮਰਾਂ ਵਾਲੇ ਹੋਣ, ਮੇਰੇ ਪੋਤਰੇ ਰਾਜੀ ਬਾਜੀ ਰਹਿਣ, ਤਗੜੇ ਹੋਣ। ਖੁਰਾਕ ਵੀ ਮਾਤਾ ਆਪਣੇ ਹੱਥੀਂ ਖਵਾਉਂਦੀ ਹੈ। ਪ੍ਰੇਮ ਨਿਜ ਅੰਕ ਬਿਠਾ ਰਹਿ ਆਪਣੀ ਗੋਦ ਵਿੱਚ ਬਿਠਾ ਕੇ ਬੜਾ ਲਾਡ ਪਿਆਰ ਕਰਦੀ ਹੈ ਮਾਤਾ। ਬਾਰ ਬਾਰ ਮੁਖ ਕਮਲ ਨਿਹਾਰ ਹੈ ਤੇ ਬਾਰ-ਬਾਰ ਮਾਤਾ ਆਪਣੇ ਲਾਲ ਦਾ ਮੁਖੜਾ ਵੇਖਦੀ ਹੈ, ਆਪਣੇ ਪੋਤਰਿਆਂ ਦੇ ਦੋ ਸੁੰਦਰ ਮੁਖੜੇ ਵੇਖਦੀ ਹੈ। ਸੁਤ ਕੋ ਬੰਸ ਬਿਰਧ ਤਹ ਪਾਵੈ ਮਾਤਾ ਗੁਜਰੀ ਨੂੰ ਸ਼ੌਂਕ ਹੈ ਮੇਰੇ ਪੁੱਤਰ ਦਾ ਵੰਸ਼ ਵਧੇ, ਮੇਰੇ ਪੁੱਤਰ ਦਾ ਪਰਿਵਾਰ ਵਧੇ, ਵੱਡਾ ਪਰਿਵਾਰ ਹੋਵੇ। ਹਿਰਦੈ ਵਿਚਾਰਤ ਮੋਦ ਉਪਾਵੈ ਇਹ ਵਿਚਾਰ ਕੇ ਖੁਸ਼ ਹੁੰਦੀ ਹੈ ਮਾਤਾ ਗੁਜਰੀ। ਜੀ ਅਜੀਤ ਸਿੰਘ ਆਂਗਨ ਮਾਹੀ ਮਾਤਾ ਗੁਜਰੀ ਦਾ ਵੱਡਾ ਪੋਤਰਾ ਅਜੀਤ ਸਿੰਘ ਵਿਹੜੇ ਦੇ ਵਿੱਚ ਦੌੜਿਆ ਫਿਰਦਾ ਹੈ, ਪੈਰਾਂ ਤੇ ਹੁਣ ਦੌੜਨ ਲੱਗ ਪਿਆ ਹੈ। ਪਾਏ ਬਿਭੂਖਨ ਸ਼ਬਦ ਉਠਾਈ ਬੜੇ ਸੋਹਣੇ ਸੋਨੇ ਦੇ ਕੜੇ ਤੇ ਤੜਾਗੀਆਂ ਤੇ ਝਾਂਜਰਾਂ ਜਿਹੜੇ ਉਸ ਜ਼ਮਾਨੇ 'ਚ ਬੱਚਿਆਂ ਨੂੰ ਸ਼ਿੰਗਾਰ ਕੀਤਾ ਜਾਂ ਸਾਹਿਬਜ਼ਾਦੇ ਨੂੰ ਇਉਂ ਸ਼ਿੰਗਾਰ ਦਿੰਦੀ ਹੈ ਮਾਤਾ। ਤੇ ਵਿਹੜੇ ਵਿੱਚ ਦੌੜੇ ਫਿਰਦੇ ਬਾਬਾ ਅਜੀਤ ਸਿੰਘ ਸਾਹਿਬ ਜੀ।
ਕਰਹਿ ਕਾਰਨ ਨਿਕਟ ਬਿਠਾਵਹਿ। ਕੋਲ ਬਿਠਾ ਕੇ ਮਾਤਾ ਜੀ ਆਪਣੇ ਪੋਤਰੇ ਨੂੰ ਗੋਦੀ 'ਚ ਮੱਥਾ ਚੁੰਮਦੀ ਹੈ, ਲਾਡ ਕਰਦੀ ਹੈ। ਕਉ ਦੌਰ ਖੇਲਣ ਹਿਤ ਜਾਵਹਿ। ਪਰ ਸਾਹਿਬਜ਼ਾਦਾ ਜੀ 2 ਮਿੰਟ ਬੇਬੇ ਦੀ ਗੋਦੀ 'ਚ ਬਹਿ ਕੇ ਦਾਦੀ ਦਾ ਪਿਆਰ ਲੈ ਕੇ ਫੇਰ ਵਿਹੜੇ 'ਚ ਦੌੜਨ ਨੂੰ ਨਿਕਲ ਜਾਂਦੇ ਆ, ਬਾਂਹ ਛੁਡਾ ਕੇ ਦੌੜ ਜਾਂਦੇ ਆ। ਮਾਤ ਸੁੰਦਰੀ ਸੁੰਦਰ ਨੰਦਨ। ਮਾਤਾ ਸੁੰਦਰੀ ਆਪਣੇ ਸੋਹਣੇ ਪੁੱਤਰ ਅਜੀਤ ਸਿੰਘ ਨੂੰ ਸ਼ਿੰਗਾਰ ਕੇ ਰੱਖਦੀ ਹੈ ਅਵਲੋਕਤ ਕਰਤਾ ਅਭਬੰਧਨ। ਔਰ ਵੇਖਦੀ ਹੈ ਸਾਰੀ ਦੁਨੀਆ ਸਾਹਿਬਜ਼ਾਦੇ ਨੂੰ ਨਮਸਕਾਰਾਂ ਕਰਦੀ ਹੈ। ਰੱਛਾ ਠਾਨਤ ਅਨਕ ਪ੍ਰਕਾਰਨ। ਔਰ ਸਾਧ ਸੰਗਤ ਜੀ ਮਾਤਾ ਸੁੰਦਰੀ ਜੀ ਆਪਣੇ ਲਾਲ ਦੀ ਅਨੇਕ ਪ੍ਰਕਾਰ ਨਾਲ ਰੱਖਿਆ ਕਰਦੀ ਹੈ, ਪਾਲਣਾ ਕਰਦੀ ਹੈ। ਦਦ ਓਦਨ ਅਚਵਾਏ ਆਹਾਰਨ। ਕਦੀ ਦਹੀਂ ਦੇ ਵਿੱਚ ਚਾਵਲ ਪਿਲਾ ਕੇ ਛਕਾਉਂਦੀ ਹੈ, ਜਿਹੜੀਆਂ ਸਰੀਰ ਨੂੰ ਤਾਕਤ ਦੇਣ ਵਾਲੀਆਂ ਖੁਰਾਕਾਂ ਹਨ ਉਹ ਦਿੰਦੀ ਹੈ। ਕਦੀ ਬਦਾਮ ਘੋਟ ਕੇ ਛਕਾਏ ਜਾਂਦੇ ਹਨ। ਸਾਹਿਬਜ਼ਾਦਾ ਛੇਤੀ ਜਵਾਨ ਹੋਵੇ, ਤਗੜਾ ਹੋਵੇ। ਪਿਤਾ ਸਮੀਪ ਜਾਤ ਜਿਹੇ ਸਮੂਹ। ਜਦੋਂ ਆਪਣੇ ਪਿਤਾ ਜੀ ਦੇ ਕੋਲ ਜਾਂਦੇ ਹਨ, ਦੇਖ ਅਪਰ ਕੋ ਠਾਨਤ ਨਮੋ। ਕਹਿੰਦੇ ਜਦੋਂ ਦੂਜੇ ਸਿੱਖ ਮੱਥਾ ਟੇਕ ਰਹੇ ਹੁੰਦੇ ਨਾ, ਉਹਨਾਂ ਨੂੰ ਮੱਥਾ ਟੇਕਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਵੀ ਉੱਦਾਂ ਹੀ ਮੱਥਾ ਟੇਕਦਾ। ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਸਾਨੂੰ ਗੁਰਦੁਆਰੇ ਜ਼ਰੂਰ ਲਿਜਾਣਾ ਚਾਹੀਦਾ। 2.5-3 ਸਾਲ ਤੋਂ ਬਾਅਦ ਉਹ ਬੱਚਾ ਜਾਏਗਾ, ਉਹ ਜਦੋਂ ਦੂਜੇ ਮੱਥਾ ਟੇਕਣਗੇ ਉਹ ਵੀ ਮੱਥਾ ਟੇਕਣਾ ਸਿੱਖੇਗਾ। ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੱਚੇ ਨੂੰ ਮੱਥਾ ਟਿਕਾਉਣਾ ਹਰ ਇੱਕ ਗੁਰਸਿੱਖ ਦਾ ਧਰਮ ਹੈ। ਜਿਹੜੇ ਇਸ ਕੰਮ 'ਚ ਢਿੱਲੇ ਹਨ ਉਹਨਾਂ ਦੇ ਬੱਚੇ ਫਿਰ ਰਹਿਣੀ ਬਹਿਣੀ ਤੋਂ ਦੂਰ ਹੋ ਜਾਂਦੇ ਹਨ। ਇਸ ਕਰਕੇ ਬੱਚਿਆਂ ਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟਿਕਾਉਣ ਦੀ ਆਦਤ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਕਰਨ, ਮੂਲ ਮੰਤਰ ਦਾ ਕਰਨ, ਜਿੰਨੀ ਉਹਨਾਂ ਦੀ ਉਮਰ ਹੈ ਉਹਨਾਂ ਕੁ ਉਹਨਾਂ ਨੂੰ ਜੋੜ ਕੇ ਰੱਖਣਾ। ਮਾਤਾ ਜੀ ਆਪਣੇ ਲਾਲ ਨੂੰ ਸਿਖਾਉਂਦੀ ਹੈ ਪੋਤਰੇ ਨੂੰ ਕਿ ਪਿਤਾ ਜੀ ਨੂੰ ਜਾ ਕੇ ਮੱਥਾ ਟੇਕਣਾ ਹੈ। ਤੇ ਜਦੋਂ ਸੰਗਤ ਮੱਥਾ ਟੇਕਦੀ ਉਹਨਾਂ ਨੂੰ ਵੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਮੱਥਾ ਟੇਕਦੇ ਹਨ। ਬਾਲਕ ਲੀਲਾ ਕਰਤ ਦਿਖਾਵਤ। ਔਰ ਬਾਲ ਲੀਲਾ ਕਰਦੇ ਹਨ, ਕਿਉਂਕਿ ਜੇ 2.5-3 ਸਾਲ ਦੇ ਹੀ ਹਨ ਤੇ ਵਿਹੜੇ 'ਚ ਦੌੜੇ ਫਿਰਦੇ ਹਨ। ਸਭ ਹਨ ਕੇ ਮਨ ਮੋਦ ਉਪਾਵਤ। ਬਾਬਾ ਅਜੀਤ ਸਿੰਘ ਸਾਹਿਬ ਜੀ ਬੜੇ ਸੁੰਦਰ ਹਨ ਤੇ ਸਾਰਿਆਂ ਦਾ ਮਨ ਖੁਸ਼ ਕਰ ਦਿੰਦੇ ਹਨ। ਜਿਹੜਾ ਉਹਨਾਂ ਦੇ ਦਰਸ਼ਨ ਕਰਦਾ ਹੈ ਉਹਦਾ ਮਨ ਬਾਗੋ ਬਾਗ ਹੋ ਜਾਂਦਾ, ਉਹਨੂੰ ਸਾਰੇ ਦੁੱਖੜੇ ਭੁੱਲ ਜਾਂਦੇ ਹਨ। ਸ੍ਰੀ ਜੋਰਾਵਰ ਸਿੰਘ ਲਘੂ ਬੈ ਮੈਂ। ਬਾਬਾ ਜੋਰਾਵਰ ਸਿੰਘ ਜੀ ਜਾਂ ਬਾਬਾ ਜੁਝਾਰ ਸਿੰਘ ਜੀ ਛੋਟੇ ਹਨ। ਰਹਿ ਸਦਨ ਮੈਂ ਬ੍ਰਿੰਦਨ ਤੈ ਮੈਂ। ਔਰ ਸਾਧ ਸੰਗਤ ਜੀ ਵਿਹੜੇ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਬਹੁਤ ਸਾਰੀਆਂ ਬੀਬੀਆਂ ਖਿਡਾਉਂਦੀਆਂ ਦਾਸੀਆਂ ਗੋਦੀ ਚੁੱਕ ਕੇ ਰੱਖਦੀਆਂ ਹਨ। ਵਧਤ ਦੇਹ ਨਿਸ ਦਿਨ ਪ੍ਰਤ ਪਾ ਰਹੇ। ਦਿਨੋਂ ਦਿਨ ਸਰੀਰ ਵੱਧ ਰਿਹਾ ਹੈ, ਪਾਲਦੇ ਹਨ। ਮਾਤਾ ਜੀ ਮਾਲਿਸ਼ ਕਰਕੇ ਆਪ ਇਸ਼ਨਾਨ ਕਰਾਉਂਦੇ ਹਨ। ਕਦੀ ਮਾਤਾ ਗੁਜਰੀ ਜੀ ਨਹਾਉਂਦੇ ਹਨ, ਕਦੀ ਮਾਤਾ ਜੀਤੋ ਜੀ ਆਪ ਇਸ਼ਨਾਨ ਕਰਾਉਂਦੇ ਹਨ। ਸੋਹਣੀ ਝਗੜੀ ਪਾਉਂਦੇ ਹਨ। ਦਾਸੀ ਦੇਤ ਦਿਲਾਸ ਉਜਾਰ ਹੈ। ਦਾਸੀਆਂ ਜਿਹੜੀਆਂ ਨੇ ਉਹ ਦਿਲਾਸਾ ਦੇ ਕੇ ਗੋਦੀ ਚੁੱਕ ਕੇ ਦੁਲਾਰ ਕਰਦੀਆਂ ਨੇ। ਇਸ ਬਿਦ ਦਵੈ ਕਲਗੀਧਰ ਨੰਦਨ। ਇਸ ਤਰ੍ਹਾਂ ਸ੍ਰੀ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਸਾਹਿਬਜ਼ਾਦੇ ਦਰਸ਼ਨ ਦੇਤ ਕਰਤ ਅਬ ਬੰਧਨ। ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਤੇ ਸੰਗਤਾਂ ਨਮਸਕਾਰਾਂ ਕਰਦੀਆਂ ਨੇ ਚਰਨਾਂ ਤੇ। ਸਾਧ ਸੰਗਤ ਜੀ ਅੱਜ ਵੀ ਸਾਰੀ ਸ੍ਰਿਸ਼ਟੀ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਦੀ। ਚਮਕੌਰ ਸਾਹਿਬ ਜਾ ਕੇ ਔਰ ਫਤਿਹਗੜ੍ਹ ਸਾਹਿਬ ਜਾ ਕੇ ਐਸੀ ਸ੍ਰਿਸ਼ਟੀ ਦੇ ਵਿੱਚ ਮਹਾਂਪੁਰਸ਼ ਹੋਏ ਹਨ ਇਹ ਚਾਰੇ ਹੀ ਕਿ ਇਹਨਾਂ ਵਰਗਾ ਦੁਨੀਆ ਤੇ ਕੋਈ ਮਹਾਂਪੁਰਸ਼ ਨਹੀਂ ਹੋਇਆ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ 96 ਕਰੋੜੀ ਅਕਾਲੀ ਜੀ ਸੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਾਹਿਬ ਕਥਾ ਕਰਿਆ ਕਰਦੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ। ਉਹਨਾਂ ਨੇ ਕਰੀ ਬਚਨ ਕੀਤਾ ਖਾਲਸਾ ਜੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਬੜੇ ਬੜੇ ਅਵਤਾਰੀ ਪੁਰਸ਼ ਮਹਾਪੁਰਸ਼ ਸਿੱਧ ਪੁਰਸ਼ ਇਸ ਧਰਤੀ ਤੇ ਰਿਸ਼ੀ ਮੁਨੀ ਜਪੀ ਤਪੀ ਗਿਆਨੀ ਯੋਧੇ ਹੋਏ ਹਨ, ਪਰ ਸਭ ਤੋਂ ਵੱਡੇ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਹੋਏ ਹਨ ਜਿਨ੍ਹਾਂ ਦੀ ਮਿਸਾਲ ਦੁਨੀਆ ਤੇ ਕੋਈ ਨਹੀਂ ਹੋਈ। ਇੰਨੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਹਕੂਮਤ ਨੂੰ ਟੱਕਰ ਦਿੱਤੀ ਹੈ, ਜ਼ੁਲਮ ਦੀਆਂ ਜੜ੍ਹਾਂ ਪੁੱਟ ਕੇ ਰੱਖ। ਔਰ ਸਾਧ ਸੰਗਤ ਜੀ
ਸਾਹਿਬਜ਼ਾਦੇ ਬਾਬੇ ਫਤਿਹ ਸਿੰਘ ਜੀ ਦਾ ਅੱਜ ਵੀ ਸ਼ਹੀਦੀ ਪਹਿਰਾ ਫਤਿਹਗੜ੍ਹ ਸਾਹਿਬ। ਚਾਰੇ ਹੀ ਸਾਹਿਬਜ਼ਾਦੇ ਜਿੱਥੇ ਸਾਧ ਸੰਗਤ ਜੀ ਉੱਚੀ ਅਵਸਥਾ ਦੇ ਮਾਲਕ ਬ੍ਰਹਮ ਸਰੂਪ ਹੋ ਚੁੱਕੇ ਹਨ, ਅੱਜ ਵੀ ਹਾਜ਼ਰ ਨਾਜ਼ਰ ਹਨ ਔਰ ਸਿੱਖਾਂ ਦੇ ਦੁੱਖ ਕਲੇਸ਼ ਵਿਘਨ ਦੂਰ ਕਰਦੇ ਹਨ। ਕੋਈ ਬਿਮਾਰੀ ਰੋਗ ਹੋਵੇ ਕਿਸੇ ਨੂੰ ਵੀ ਭਾਈ ਚਮਕੌਰ ਸਾਹਿਬ ਜਾਓ, ਫਤਿਹਗੜ੍ਹ ਸਾਹਿਬ ਜਾਓ, ਇੱਧਰ ਉੱਧਰ ਨਾ ਭਟਕੋ, ਜਾ ਕੇ ਸ਼ਹੀਦਾਂ ਸਿੰਘਾਂ ਦੀਆਂ ਦੇਗਾਂ ਦਿਓ, ਸ਼ਹੀਦੀ ਰਗੜੇ ਲਵਾਓ, ਜੋਤ ਜਗਾਓ, ਉੱਥੇ ਘਿਓ ਪਾਓ ਜੋਤ ਵਿੱਚ। ਤੁਹਾਡਾ ਦੁੱਖ ਦੂਰ ਨਾ ਹੋਵੇ ਸਾਨੂੰ ਆ ਕੇ ਪੁੱਛ ਲੈਣਾ। ਅਸੀਂ ਲੋਕ ਗੁਰੂ ਤੇ ਸ਼ਰਧਾ ਨਹੀਂ ਰੱਖਦੇ ਤੇ ਇੱਧਰ ਉੱਧਰ ਭਟਕ ਰਹੇ ਹਾਂ, ਫਿਰ ਖੱਜਲ ਖੁਆਰੀ ਤਾਂ ਹੋਣੀ ਹੈ। ਜੇ ਕੋ ਆਪਣੇ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮਹਾਰਾਜ ਕਹਿੰਦੇ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਇੱਧਰ ਉੱਧਰ ਭਟਕੇਗਾ, ਉਹਨੂੰ ਕਿਤੋਂ ਥਾਂ ਢੋਈ ਨਹੀਂ ਮਿਲਦੀ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦਾ ਸਤਿਕਾਰ ਉਸ ਵੇਲੇ ਹੀ ਸੰਗਤਾਂ ਕਰਨ ਲੱਗ ਪਈਆਂ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਅਜੇ 2.5-3 ਸਾਲ ਦੇ ਨੇ। ਬਾਬਾ ਜੁਝਾਰ ਸਿੰਘ ਜੀ ਅਜੇ ਗੋਦੀ ਵਿੱਚ ਹੀ ਹਨ। ਹਸਤ ਹਸਾਵਤ ਲੀਲਾ ਠਾਨਤ। ਸਾਹਿਬਜ਼ਾਦਾ ਬੜੇ ਹੱਸਦਾ ਹੈ, ਉਹਨੂੰ ਹਸਾਉਂਦੇ ਹਨ ਤਾਂ ਲੀਲਾ ਕਰਦੇ, ਬੜੇ ਖੁਸ਼ ਹੁੰਦੇ, ਖਿੜ ਖਿੜ ਕੇ ਹੱਸਦੇ ਹਨ, ਕਿਲਕਾਰੀ ਮਾਰਦੇ ਹਨ। ਦਾਸ ਅਨੇਕ ਸਾਥ ਅਨੁਮਾਨਤ। ਔਰ ਦਾਸ ਸੇਵਾਦਾਰ ਜਿਹੜੇ ਗੋਦੀਆਂ 'ਚ ਖਿਡਾਉਂਦੇ ਹਨ, ਸੇਵਾ ਕਰਦੇ, ਉਹ ਅਨੁਮਾਨ ਲਾਉਂਦੇ, ਅੰਦਾਜ਼ਾ ਲਾਉਂਦੇ ਹਨ। ਜਬ ਸਤਿਗੁਰ ਅਲਸੂਨ ਉਜਾਰਾ। ਜਦੋਂ ਮਹਾਰਾਜ ਨੇ ਆਲਸੂਨ ਫਤਿਹ ਕੀਤਾ, ਆਲਸੂਨ ਨਗਰ ਨੂੰ ਸੋਧਾ ਲਾਇਆ ਹੈ, ਆਲਸੂਨ ਕੈ ਲੂਟ ਕੈ ਮਹਾਰਾਜ ਆਲਸੂਨ ਨਗਰ ਨੂੰ ਸੋਧਾ ਲਾ ਕੇ ਆਏ ਹਨ। ਪਰੀ ਧਾਕ ਤਬ 22 ਧਾਰਾ। ਸਾਧ ਸੰਗਤ ਜੀ ਉਸ ਵੇਲੇ 22 ਧਾਰ ਦੇ ਰਾਜਾਂ 'ਚ ਧਾਕ ਪੈ ਗਈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਦਹਿਸ਼ਤ ਪੈ ਗਈ ਪਾਪੀਆਂ ਜ਼ਾਲਮਾਂ ਦੇ ਦਿਲਾਂ ਵਿੱਚ, ਜਿਹੜੇ ਲੋਕਾਂ ਨੂੰ ਲੁੱਟਦੇ ਸਨ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਜਦੋਂ ਉਹਨਾਂ ਚੋਰਾਂ ਨੂੰ ਮੋਰ ਪੈ ਗਏ, ਉਹਨਾਂ ਲੁਟੇਰਿਆਂ ਨੂੰ ਖਾਲਸੇ ਨੇ ਹੱਥ ਲਾ ਲਏ, ਤਾਂ ਉਸ ਵੇਲੇ ਫਿਰ ਉਹ ਜਿਹੜੇ ਡਾਕੂ ਸਨ 22 ਧਾਰ ਦੇ ਰਾਜੇ ਅੰਦਰੋਂ ਅੰਦਰੀ ਡਰਨ ਲੱਗ ਪਏ ਹਨ। ਸਰਬ ਧਾਰ ਤੇ ਤਰਾਸਤ ਹਿਰਦੇ। ਸਾਰੇ 22 ਧਾਰ ਦੇ ਰਾਜੇ ਮਨ 'ਚ ਤਰਾਸ ਕਰਦੇ, ਭੈ ਮੰਨਦੇ, ਡਰਦੇ ਹਨ। ਕੀਨਹਿ ਰਾਜ ਗੁਰੂ ਜਦ ਕਦੇ। ਉਹਨਾਂ ਨੂੰ ਡਰ ਪੈ ਗਿਆ ਵੀ ਗੁਰੂ ਕਿਸੇ ਵੇਲੇ ਵੀ ਸਾਡਾ ਰਾਜ ਖੋ ਸਕਦਾ ਹੈ। ਜਿਹੜੇ ਗੁਰੂ ਨੇ ਅੱਜ ਆਲਸੂਨ ਨਗਰ ਫਤਿਹ ਕਰ ਲਿਆ ਹੈ, ਉਹ ਕੱਲ੍ਹ ਨੂੰ ਸਾਡੀਆਂ ਰਿਆਸਤਾਂ ਨੂੰ ਕੀ ਛੱਡੇਗਾ। ਗੁਰੂ ਗੋਬਿੰਦ ਸਿੰਘ ਸਾਡਾ ਰਾਜ ਖੋ ਲਵੇਗਾ। ਹਾਲਾਂਕਿ ਉਹਨਾਂ ਦਾ ਭੁਲੇਖਾ ਹੈ, ਗੁਰੂ ਸਾਹਿਬ ਕਿਸੇ ਦਾ ਰਾਜ ਖੋਣਾ ਨਹੀਂ ਚਾਹੁੰਦੇ, ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ, ਬਲਕਿ ਦੁਸ਼ਟਾਂ ਨੂੰ ਹੀ ਸੋਚਦੇ ਹਨ। ਪਰ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਬੰਦੇ ਆਪਣੇ ਪਾਪਾਂ ਕਰਕੇ ਹੀ ਡਰੀ ਜਾਂਦੇ ਹਨ। ਕੀਤਕ ਸੰਦ ਕਰੀ ਮਿਲ ਗਏ। ਕਈਆਂ ਨੇ ਸਾਧ ਸੰਗਤ ਜੀ ਮਹਾਰਾਜ ਨਾਲ ਸੰਧੀ ਕਰ ਲਈ ਹੈ, ਆ ਕੇ ਭੇਟਾ ਦਿੰਦੇ, ਡਰਦੇ ਮਾਰੇ ਨਜ਼ਰਾਨੇ ਦਿੰਦੇ, ਮਹਾਰਾਜ ਸਾਡਾ ਖਿਆਲ ਰੱਖਿਆ ਜੇ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਸਾਹਿਬ ਕਰਾਮਾਤ ਲਖ ਲਏ। ਇਹ ਵੀ ਜਾਣ ਲਿਆ ਵੀ ਇਹ ਕਰਾਮਾਤਾਂ ਸ਼ਕਤੀਆਂ ਦੇ ਮਾਲਕ ਨੇ। ਇਹਨਾਂ ਦੇ ਸਾਹਮਣੇ ਨਾ ਕੋਈ ਸਰੀਰਕ ਤੌਰ ਤੇ ਬਲ ਕਰਕੇ ਅੜ ਸਕਦਾ ਤੇ ਨਾ ਰੂਹਾਨੀ ਸ਼ਕਤੀ ਨਾਲ ਕੋਈ ਇਹਨਾਂ ਦਾ ਮੁਕਾਬਲਾ ਕਰ ਸਕਦਾ ਹੈ। ਪਠਹਿ ਮੁਸਾਹਿਬ ਕਹਿ ਚੱਲ ਆਪ। ਕਈ ਰਾਜੇ ਦਾ ਆਪ ਚੱਲ ਕੇ ਆਉਂਦੇ ਨੇ ਤੇ ਕਈ ਰਾਜੇ ਆਪਣੇ ਮੰਤਰੀਆਂ ਨੂੰ, ਆਪਣੇ ਅਫਸਰਾਂ ਨੂੰ ਭੇਜਦੇ ਨੇ। ਦਰਸੈ ਬਦਨ ਪਾਪ ਗਨ ਖਾਪ। ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਪਾਪ ਨਾਸ ਕਰਦੇ ਨੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਿਨ੍ਹਾਂ ਨੇ ਕਲਗੀਧਰ ਦੇ ਦਰਸ਼ਨ ਕੀਤੇ ਹਨ, ਉਹਨਾਂ ਦੇ ਸਾਰੇ ਪਾਪ ਮਿਟ ਗਏ ਹਨ। ਭਾਈ ਨੰਦ ਲਾਲ ਜੀ ਤਾਂ ਲਿਖਦੇ, ਕਸ਼ੇ ਕੋ ਦੀਦ ਦਿਦਾਰੇ ਮੁਕੱਦਸ, ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ। ਜਿਸ ਕਿਸੇ ਨੇ ਵੀ 10ਵੇਂ ਪਾਤਸ਼ਾਹ ਦੇ ਇੱਕ ਪਲਕ ਝਲਕ ਲਈ ਵੀ ਦਰਸ਼ਨ ਕਰ ਲਏ, ਸਮਝੋ ਜ਼ਿੰਦਗੀ ਦੀਆਂ ਸਾਰੀਆਂ ਮੁਰਾਦਾਂ ਉਹਨੇ ਹਾਸਲ ਕਰ ਲਈਆਂ। ਅਨੇਕ ਪ੍ਰਕਾਰ ਉਪਾਇਨ ਆਛੇ। ਅਨੇਕ ਪ੍ਰਕਾਰ ਦੀਆਂ ਭੇਟਾਵਾਂ, ਅਨੇਕ ਪ੍ਰਕਾਰ ਦੀਆਂ ਉਪਹਾਰਾਂ ਸੰਗਤਾਂ ਲੈ ਕੇ ਆਉਂਦੀਆਂ। ਰਾਜੇ ਵੀ ਭੇਜਦੇ ਹਨ ਵਧੀਆ ਵਧੀਆ ਤੋਹਫੇ, ਚੰਗੇ ਘੋੜੇ ਤੇ ਚੰਗੇ ਸ਼ਸਤਰ ਭੇਜਦੇ ਹਨ। ਪਠਤ ਰਹੇ ਗੁਰ ਸੋ ਰਸ ਬਾਂਛੇ। ਗੁਰੂ ਘਰ ਨਾਲ ਸਾਡਾ ਰਸ ਬਣਿਆ ਰਵੇ, ਪ੍ਰੇਮ ਬਣਿਆ ਰਵੇ।
ਇਸ ਕਰਕੇ ਰਾਜੇ ਇਹ ਤੋਹਫੇ ਭੇਜਦੇ ਹਨ। ਜੇ ਸੈਦਨ ਕੀ ਵਸਤ ਅਜਾਇਬ, ਜਿਹੜੀਆਂ ਪਹਾੜਾਂ ਦੇ ਵਿੱਚ ਵਧੀਆ ਵਧੀਆ ਚੀਜ਼ਾਂ ਹੁੰਦੀਆਂ ਹਨ, ਬਾਰ ਬਾਰ ਭੇਜੇ ਟਿਕ ਸਾਹਿਬ। ਉਹ ਮਹਾਰਾਜ ਨੂੰ ਵਧੀਆ ਵਧੀਆ ਤੋਹਫੇ ਭੇਜਦੇ ਹੀ ਰਹਿੰਦੇ ਹਨ ਬਾਰ-ਬਾਰ। ਤਿਨਕੇ ਸੰਗ ਤਿਸੀ ਹੀ ਰੀਤ, ਜਿਹੜੇ ਇਸ ਤਰ੍ਹਾਂ ਚੰਗਾ ਪ੍ਰੇਮ ਕਰਦੇ ਮਹਾਰਾਜ ਉਹਨਾਂ ਨਾਲ ਵੀ ਪ੍ਰੇਮ ਨਾਲ ਹੀ ਵਰਤਦੇ ਹਨ। ਕੀ ਧਰ ਵਰਤੈ ਹਿਤ ਜੀਤ, ਮਹਾਰਾਜ ਵੀ ਉਹਨਾਂ ਨੂੰ ਚੰਗੇ ਸਰੋਪੇ ਦੇ ਕੇ ਸਨਮਾਨ ਦੇ ਕੇ ਤੋਰਦੇ ਹਨ। ਕਿਰਪਾ ਦ੍ਰਿਸ਼ਟ ਕੋ ਧਾਰਨ ਕਰੈ, ਤੇ ਮਹਾਰਾਜ ਉਹਨਾਂ ਤੇ ਬੜੀ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਕਰਦੇ ਰਹਿੰਦੇ ਹਨ। ਰਾਜਨੀਤ ਕੇ ਬਿਉਂਤ ਉਚਰੈ, ਰਾਜਨੀਤ ਦੀ ਬਿਉਂਤ ਵੀ ਦੱਸਦੇ ਹਨ। ਮਹਾਰਾਜ ਰਾਜਨੀਤੀ ਦੇ ਵੀ ਬੜੇ ਗਿਆਨੀ ਹਨ, ਕਿਉਂਕਿ ਸਤਿਗੁਰੂ ਤੇ ਸਰਬ ਕਲਾ ਸਮਰੱਥ ਹਨ। ਸਭ ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ ਦਾ ਗਿਆਨ ਗੁਰੂ ਦੇ ਹਿਰਦੇ 'ਚ ਹੁੰਦਾ ਹੈ। ਗੁਰੂ ਪਰਮੇਸ਼ਰ ਹੁੰਦਾ ਹੈ। ਇਸ ਕਰਕੇ ਸਤਿਗੁਰੂ ਰਾਜਨੀਤੀ ਦੇ ਵੀ ਮਾਹਰ ਹਨ ਤੇ ਰਾਜਨੀਤੀ ਦਾ ਉਪਦੇਸ਼ ਰਾਜਿਆਂ ਨੂੰ ਦਿੰਦੇ ਹਨ। ਕੀਤਕ ਧਰੈ ਦੁਸ਼ਟਤਾ ਮੰਦੇ, ਕਈ ਰਾਜੇ ਦੁਸ਼ਟ ਮਤ ਵਾਲੇ ਵੀ ਹਨ ਸਾਧ ਸੰਗਤ ਜੀ, ਜਿਹੜੇ ਈਰਖਾ ਕਰਦੇ, ਗੁਰੂ ਦਾ ਪ੍ਰਤਾਪ ਵੇਖ ਕੇ ਜਰ ਨਹੀਂ ਸਕਦੇ, ਮਹਾਰਾਜ ਦਾ ਜਾਹੋ ਜਲਾਲ ਵੇਖ ਕੇ ਅੰਦਰੋਂ ਸੜਦੇ ਹਨ। ਨਿਤ ਰਹਿ ਸਵਧਾਨ ਬਿਲੰਦੇ, ਉਹ ਰਾਜੇ ਡਰਦੇ ਰਹਿੰਦੇ, ਸਾਵਧਾਨ ਰਹਿੰਦੇ, ਗੁਰੂ ਕਿਤੇ ਸਾਡੇ ਤੇ ਹਮਲਾ ਨਾ ਕਰ ਦੇਵੇ। ਉਹ ਫੌਜ ਦੀਆਂ ਤਿਆਰੀਆਂ ਹੀ ਕਰਦੇ ਰਹਿੰਦੇ, ਹਾਲਾਂਕਿ ਉਹਨਾਂ ਦੇ ਮਨ ਦਾ ਵਹਿਮ ਹੈ ਗੁਰੂ ਨੇ ਕਿਸੇ ਰਿਆਸਤ ਤੇ ਕਦੀ ਹਮਲਾ ਨਹੀਂ ਕੀਤਾ ਤੇ ਨਾ ਕਰਨਾ ਹੈ, ਪਰ ਉਹ ਡਰਦੇ ਹਨ ਕਿ ਗੁਰੂ ਕਿਤੇ ਇੰਨੀਆਂ ਫੌਜਾਂ ਲੈ ਕੇ ਸਾਡੇ ਵੱਲ ਤੁਰ ਪਿਆ ਤੇ ਸਾਨੂੰ ਲੁੱਟ ਨਾ ਲਵੇ। ਦੇ ਵੀਰਨ ਕੋ ਜੰਗ ਸਮਾਜੂ, ਉਹ ਆਪਣੀ ਫੌਜ ਨੂੰ ਅਸਲਾ ਵੰਡ ਕੇ ਰੱਖਦੇ ਹਨ, ਹਥਿਆਰ ਘੋੜੇ, ਵੀ ਗੁਰੂ ਦੀ ਫੌਜ ਨਾ ਆ ਜਾਵੇ, ਤਿਆਰ ਬਰ ਤਿਆਰ ਰਿਹਾ ਜੇ। ਆਪਣੇ ਫੌਜੀਆਂ ਨੂੰ ਸੌਣ ਨਹੀਂ ਦਿੰਦੇ, ਉਹਨਾਂ ਨੂੰ ਆਪ ਵੀ ਨੀਂਦ ਨਹੀਂ ਆਉਂਦੀ ਤੇ ਉਹਨਾਂ ਦੀ ਫੌਜ ਵੀ ਸੁੱਖ ਨਾਲ ਨਹੀਂ ਸੌਂਦੀ। ਰੱਖੇ ਤਿਆਰ ਹੋਏ ਕਬ ਕਾਜੂ, ਉਹ ਤਿਆਰ ਬਰ ਤਿਆਰ ਰਹਿੰਦੇ ਨੇ, ਡਰਦੇ ਮਾਰੇ ਵੀ ਕਦੀ ਕੋਈ ਪਤਾ ਨਹੀਂ ਕਦੋਂ ਜੰਗ ਦਾ ਸਮਾਂ ਬਣ ਜਾਵੇ, ਗੁਰੂ ਨਾਲ ਸਾਨੂੰ ਮੁਕਾਬਲਾ ਕਰਨਾ ਪੈ ਜਾਵੇ। ਨਰ ਆਨੰਦਪੁਰ ਬੇਮੁਖ ਜੇਈ, ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵੀ ਕਈ ਬੇਮੁਖ ਬੰਦੇ ਰਹਿੰਦੇ ਹਨ। ਗੁਰੂ ਦੀ ਨਗਰੀ 'ਚ ਜਿਹੜੇ ਬੰਦੇ ਨਾਸਤਕ ਕਿਸਮ ਦੇ ਹਨ, ਜਿਹੜੇ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਚੰਦਨ ਸਮੀਪ ਬਸ ਜਾਨੀ ਮਹਿਮਾ ਨਾ ਜਾਨੀ ਬਾਂਸ, ਕਹਿੰਦੇ ਵੀ ਚੰਦਨ ਦੇ ਕੋਲ ਰਹਿ ਕੇ ਵੀ ਬਾਂਸ ਨੇ ਚੰਦਨ ਦੀ ਮਹਿਮਾ ਨਹੀਂ ਜਾਣੀ। ਇਹ ਜਿਹੜੇ ਬਾਂਸ ਵਰਗੇ ਸਨ, ਬਾਂਸ ਵਡਾਈ ਬੂਢਿਆ ਇਉਂ ਮਤ ਬੂਢੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਗੁਰੂ ਦੇ ਕੋਲ ਰਹਿ ਕੇ ਵੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਕਲਗੀਧਰ ਪਾਤਸ਼ਾਹ ਦੀ ਆਤਮਿਕ ਸ਼ਕਤੀ ਦਾ ਗਿਆਨ ਨਹੀਂ ਹੋਇਆ, ਗੁਰ ਮਹਿਮਾ ਕੋ ਲਖੈ ਨ ਤੇਈ, ਉਹ ਗੁਰੂ ਦੀ ਮਹਿਮਾ ਨਹੀਂ ਜਾਣਦੇ। ਜਿਵੇਂ ਉੱਲੂ ਨੂੰ ਸਾਧ ਸੰਗਤ ਜੀ ਸੂਰਜ ਚੜ੍ਹਿਆ ਵੀ ਨਹੀਂ ਦਿਸਦਾ, ਨਾਸਤਕ ਬੰਦੇ ਨੂੰ ਗੁਰੂ ਦੀ ਕਲਾ ਦਾ ਪਤਾ ਨਹੀਂ ਲੱਗਦਾ। ਗੁਰ ਮਹਿ ਡਰ ਧਰ ਕੋ ਮਤ ਗਵਾਰੇ, ਉਹ ਆਪਣੇ ਮਨ 'ਚ ਡਰ ਕੇ ਨਾ ਵੀ ਇੱਥੇ ਤਾਂ ਲੜਾਈ ਹੋ ਜਾਣੀ ਹੈ, ਇੱਥੇ ਤੇ ਪਤਾ ਨਹੀਂ ਕੀ ਹੋ ਜਾਣਾ, ਇੱਥੇ ਤੇ ਮਾਰੇ ਜਾਵਾਂਗੇ, ਇੱਥੇ ਪਤਾ ਨਹੀਂ ਕਿੱਡਾ ਉਪਦਰਵ ਹੋਏਗਾ, ਏਦਾਂ ਮਨ ਵਿੱਚ ਮਾੜੇ ਖਿਆਲ ਲੈ ਕੇ ਡਰ ਗਏ ਹਨ। ਸ਼ੂਰ ਸ਼ਹਿਰ ਕੋ ਭਾਜ ਸਿਧਾਰੇ, ਉਹ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਹੋਰ ਚਲੇ ਗਏ ਹਨ, ਹੋਰ ਸ਼ਹਿਰਾਂ ਚਲੇ ਗਏ। ਇਹ ਕਥਾ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਵੀ ਲਿਖੀ ਹੈ। ਕਹਿੰਦੇ ਜਿਹੜੇ ਗੁਰੂ ਦੇ ਦੋਖੀ ਸਨ, ਭਾਜ ਬਿਮੁਖ ਹਮ ਤੇ ਜੇ ਗਏ, ਉਹ ਸਾਨੂੰ ਛੱਡ ਕੇ ਭੱਜ ਗਏ, ਚਲੇ ਗਏ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਬੇਮੁਖ ਸਨ, ਨਾਸਤਕ ਸਨ, ਸ਼ਰਧਾ ਤੋਂ ਹੀਣੇ ਸਨ। ਉਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਹੋਰ ਸ਼ਹਿਰਾਂ 'ਚ ਜਾ ਵਸੇ ਹਨ। ਅਪਰ ਗ੍ਰਾਮਪੁਰ ਮਹਿ ਚਲ ਬਾਸੇ, ਹੋਰ ਪਿੰਡਾਂ ਸ਼ਹਿਰਾਂ 'ਚ ਚਲੇ ਗਏ ਨੇ, ਆਨੰਦਪੁਰ ਚੋਂ ਚਲੇ ਗਏ ਨੇ। ਦੇਖਤ ਲੋਕ ਕਰਹਿ ਸਭ ਹਾਸੇ, ਲੋਕ ਉਹਨਾਂ ਦੀ ਹਾਸੀ ਕਰਦੇ ਹਨ, ਕਹਿੰਦੇ ਦੇਖੋ ਕਿੰਨੇ ਡਰਪੋਕ ਹਨ, ਕਿੰਨੇ ਗੀਤੀ ਬੁੱਝਦਿਲ ਹਨ, ਗੁਰੂ ਦਾ ਸਾਥ ਛੱਡ ਕੇ ਹੋਰ ਸ਼ਹਿਰਾਂ 'ਚ ਜਾ ਵਸੇ ਨੇ। ਕਹੂੰ ਜੀਵ ਕਾ ਹਾਥ ਨਾ ਆਈ, ਤੇ ਫਿਰ ਜਿੱਥੇ ਜਾਂਦੇ ਨੇ ਉੱਥੇ ਰੋਜੀ ਨਹੀਂ ਮਿਲਦੀ। ਮਹਾਰਾਜ ਨੇ ਲਿਖਿਆ ਨਾ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ, ਜੇ ਆਪਣੇ ਗੁਰ ਤੇ ਮੁਖ ਫਿਰ ਹੈ, ਇਹਾਂ ਉਹਾਂ ਤਿੰਨ ਕੇ ਗ੍ਰਹਿ ਗਿਰ ਹੈ, ਜੋ ਬਾਬੇ ਕੇ ਦਾਮ ਨਾ ਦਹਿ ਹੈ, ਤਿੰਨ ਤੇ ਛੈ ਬਾਬਰ ਕੇ ਲੈ ਹੈ। ਖਾਲਸਾ ਜੀ, ਸੇਵਾ ਜਿਹੜੀ ਮਾਇਆ ਮਹਾਰਾਜ ਨੇ ਦਿੱਤੀ ਹੈ ਨਾ ਸਾਨੂੰ, ਇਹਦਾ ਦਸਵੰਧ ਗੁਰੂ ਕੇ ਸਿੱਖਾਂ ਨੂੰ, ਸੰਤਾਂ ਭਗਤਾਂ ਨੂੰ, ਲੋੜਵੰਦਾਂ ਨੂੰ, ਗਰੀਬਾਂ ਨੂੰ ਦਿੰਦੇ ਰਿਹਾ ਕਰੋ। ਤੇ ਜਿਹੜਾ ਕਹਿੰਦੇ ਗੁਰੂ ਕੇ ਸਿੱਖਾਂ ਨੂੰ ਦਾਨ ਪੁੰਨ ਨਹੀਂ ਨਾ ਦਿੰਦਾ, ਮਾਇਆ ਜੋੜ ਕੇ ਰੱਖਦਾ ਹੈ,
ਉਹਦੀ ਫਿਰ ਬਾਬਰ ਕੇ ਲੈ ਜਾਂਦੇ ਆ। ਜਾਂ ਤਾਂ ਫਿਰ ਉਹ ਹਸਪਤਾਲਾਂ ਵਿੱਚ ਪੈਸਾ ਖਰਚ ਕਰਦਾ, ਜਾਂ ਕਚਹਿਰੀਆਂ ਵਿੱਚ ਕਰਦਾ, ਜਾਂ ਥਾਣਿਆਂ 'ਚ ਕਰਦਾ, ਉਹ ਫਿਰ ਬਰਬਾਦ ਹੋ ਜਾਂਦਾ। ਤੇ ਇਸ ਤਰ੍ਹਾਂ ਮਹਾਰਾਜ ਨੇ ਬਾਣੀ 'ਚ ਬਚਨ ਲਿਖਿਆ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਸ਼ਹਿ ਬਾਬਰ ਕੇ ਲੈ ਹੈ, ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਇਹ ਪਰਮੇਸ਼ਰ ਨੇ ਆਪ ਹੀ ਇਸ ਤਰ੍ਹਾਂ ਦੀ ਰਚਨਾ ਰਚੀ ਹੈ। ਹਾਰੇ ਕਰ ਕਰ ਅਨਕ ਉਪਾਈ, ਅਨੇਕਾਂ ਉਪਾਅ ਕਰ ਕਰਕੇ ਹਾਰ ਗਏ ਹਨ। ਤਿਨ ਪਰ ਕੋਪ ਗੁਰਨ ਕੋ ਹੋਵੇ, ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਚਲੇ ਗਏ, ਉਹਨਾਂ ਦੇ ਗੁਰੂ ਦੀ ਕਰੋਪੀ ਹੋ ਜਾਂਦੀ ਹੈ। ਲੋਕ ਪਰਲੋਕ ਤਿਨਹੂ ਕੋ ਖੋਵੇ, ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਹੀ ਚਲਾ ਜਾਂਦਾ ਹੈ। ਇਹਾਂ ਸਦਾ ਦਰਿਦਰ ਬਸ ਰਹੈ, ਇੱਥੇ ਸੰਸਾਰ ਵਿੱਚ ਵੀ ਦਰਿਦਰੀ ਰਹਿੰਦੇ, ਗਰੀਬੀ ਭੁੱਖ ਨੰਗ ਵਿੱਚ ਹੀ ਮਰਦੇ ਨੇ। ਮੰਗੈ ਨਹਿ ਵਿਰਾਟ ਕਾ ਲਹੈ, ਕੋਈ ਕੌਡੀ ਵੀ ਉਹਨਾਂ ਨੂੰ ਨਹੀਂ ਦਿੰਦਾ, ਮੰਗ ਕੇ ਵੀ ਭੀਖ ਨਹੀਂ ਮਿਲਦੀ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ। ਜੈ ਪ੍ਰਾਣ ਜਮ ਦੂਤ ਹਰੰਤੇ, ਜਦੋਂ ਇਹ ਸੰਸਾਰ ਤੋਂ ਜਾਂਦੇ ਨੇ ਪ੍ਰਾਣ ਤਿਆਗ ਕੇ, ਉਹਨਾਂ ਜਮਾਂ ਦੀ ਮਾਰ ਖਾਂਦੇ ਨੇ। ਅੱਗੇ ਵੀ ਧੱਕੇ, ਇੱਥੇ ਵੀ ਧੱਕੇ ਪੈਂਦੇ ਨੇ। ਨਰਕ ਜਾਤਨਾ ਘਨੀ ਸਹੰਤੇ, ਨਰਕ ਦੇ ਵਿੱਚ ਬੜੀ ਜਾਤਨਾ ਸਹਿੰਦੇ ਨੇ, ਬੜੀ ਪੀੜਾ ਸਹਿੰਦੇ ਨੇ, ਦੁੱਖ ਸਹਿੰਦੇ ਨੇ ਨਰਕਾਂ ਦੇ ਵਿੱਚ। ਜਿਨ ਤੇ ਲਹਿ ਗੁਰੂ ਮੁਖ ਫੇਰੀ, ਜਿਨ੍ਹਾਂ ਵੱਲੋਂ ਗੁਰੂ ਨੇ ਮੂੰਹ ਫੇਰ ਲਿਆ, ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਨੇ, ਜਿਹੜੇ ਗੁਰੂ ਨਾਲੋਂ ਟੁੱਟ ਗਏ ਨੇ। ਪ੍ਰਥਮ ਮਿੱਤਰ ਤਿਨ ਬਨ ਹੈ ਬੈਰੀ, ਉਹਨਾਂ ਦੇ ਪਹਿਲੇ ਮਿੱਤਰ ਵੀ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ। ਜਿਨ੍ਹਾਂ ਦਾ ਗੁਰੂ ਨਾਲੋਂ ਪ੍ਰੇਮ ਟੁੱਟ ਗਿਆ, ਉਹਨਾਂ ਦੇ ਮਿੱਤਰ ਵੀ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ। ਜਹਾਂ ਜੇਵਰੀ ਪਿਖ ਕਰ ਘਲ ਹੈ, ਕਹਿੰਦੇ ਜਿੱਥੇ ਵੀ ਉਹ ਵੇਖ ਕੇ ਰੱਸੀ ਪਾਉਂਦੇ ਨੇ, ਕਹਿ ਤੂਰਨ ਦਾਰਨ ਹੋਇਆ ਬਿਆਲ ਹੈ, ਉਹ ਰੱਸੀ ਦਾ ਹੀ ਸੱਪ ਬਣ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਉਹਨਾਂ ਨੂੰ ਰੱਸੀ ਦੇ ਹੀ ਸੱਪ ਡੰਗ ਜਾਂਦੇ ਨੇ। ਭਾਵ ਉਹਨਾਂ ਦਾ ਕੋਈ ਵੀ ਕੰਮ ਸਿੱਧਾ ਨਹੀਂ ਪੈਂਦਾ। ਜੇ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ, ਜਿਹੜੀ ਡਾਲੀ ਤੇ ਪੈਰ ਧਰਦੇ ਨੇ ਉਹੀ ਡਾਲੀ ਟੁੱਟ ਜਾਂਦੀ ਹੈ। ਜਹਾਂ ਲੀਨ ਹਿਤ ਕੰਚਨ ਤਾਕਾ ਹੈ, ਜਿੱਥੇ ਕਹਿੰਦੇ ਸੋਨਾ ਵੇਖਦੇ ਵੀ ਸੋਨਾ ਮਿਲੇਗਾ, ਤਹ ਤਤਕਾਲ ਮੂਠ ਹੋਏ ਖਾਕਾ ਹੈ, ਉੱਥੇ ਮਿੱਟੀ ਬਣ ਜਾਂਦੀ ਖਾਕ ਦੀ। ਜੇ ਸੋਨੇ ਨੂੰ ਹੱਥ ਪਾਉਂਦੇ ਨੇ, ਜੇ ਮਹਾਰਾਜ ਕਹਿੰਦੇ ਜੇ ਸੋਨੇ ਨੂੰ ਹੱਥ ਪਾਵੇ ਤਾਂ ਖੇਊ ਸੇਤੀ ਰਲ ਗਿਆ। ਜੇ ਉਹ ਸੋਨੇ ਨੂੰ ਹੱਥ ਪਾਉਂਦੇ ਨਾ, ਉਹ ਸੋਨਾ ਵੀ ਮਿੱਟੀ ਬਣ ਜਾਂਦਾ। ਜਿਹੜੇ ਬੇਮੁਖ ਲੋਕ ਹੁੰਦੇ ਨੇ, ਜਿਹੜੇ ਸਨਮੁਖ ਹੁੰਦੇ ਨੇ, ਉਹ ਮਿੱਟੀ ਨੂੰ ਹੱਥ ਪਾਉਂਦੇ ਨੇ ਤੇ ਸੋਨਾ ਬਣ ਜਾਂਦਾ। ਹਾਂਜੀ। ਦੌਰਤ ਇਹਾਂ ਲਖਾਂ ਮੁੱਦ ਲੈ ਹੈ, ਕਹਿੰਦੇ ਗੁਰੂ ਘਰ ਤੋਂ ਦੌੜ ਜਾਂਦੇ ਨੇ। ਇਹ ਖੁਸ਼ੀ ਸਮਝਦੇ ਨੇ ਵੀ ਅਸੀਂ ਬਾਹਰ ਜਾ ਕੇ ਸੁਖੀ ਹੋਵਾਂਗੇ, ਅਨੰਦਪੁਰ ਤੋਂ ਨਿਕਲ ਚਲੀਏ। ਅਨਕ ਭਾਂਤ ਤਹਿ ਸਾਸਨ ਪੈ ਹੈ, ਅੱਗੇ ਜਾ ਕੇ ਹੋਰ ਬੜੀ ਪੀੜਾ ਸਹਿਣੀ ਪੈਂਦੀ ਹੈ, ਹੋਰ ਦੁੱਖ ਅਨੇਕਾਂ ਪ੍ਰਕਾਰ ਦੇ ਕਸ਼ਟ ਸਹਿਣੇ ਪੈਂਦੇ ਹਨ। ਦੁਖਦਾਇਕ ਹੋਵੇ ਹੈ ਸੁਰ ਸਾਰੇ, ਕਹਿੰਦੇ ਉਸ ਬੰਦੇ ਨੂੰ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ, ਦੇਵੀ ਦੇਵਤੇ ਵੀ ਦੁੱਖ ਹੀ ਦਿੰਦੇ ਨੇ। ਵੈਸੇ ਤਾਂ ਦੇਵੀ ਦੇਵਤੇ ਸੁੱਖ ਦਿੰਦੇ ਨੇ, ਸੂਰਜ ਸੁੱਖ ਦਿੰਦਾ ਹੈ, ਪਾਣੀ ਸੁੱਖ ਦਿੰਦਾ ਹੈ, ਅਗਨੀ ਸੁੱਖ ਦਿੰਦੀ ਹੈ, ਧਰਤੀ ਸੁੱਖ ਦਿੰਦੀ ਹੈ, ਹਵਾ ਸੁੱਖ ਦਿੰਦੀ ਹੈ, ਅੰਨ ਦੇਵਤਾ ਸੁੱਖ ਦਿੰਦਾ ਹੈ। ਸਾਰੇ ਦੇਵਤੇ ਸੁੱਖ ਦਿੰਦੇ ਨੇ ਬੰਦੇ ਨੂੰ। ਪਰ ਸਾਧ ਸੰਗਤ ਜੀ, ਜਿਹੜਾ ਗੁਰੂ ਤੋਂ ਬੇਮੁਖ ਹੋ ਜਾਵੇ, ਉਹਨੂੰ ਦੇਵਤੇ ਦੁੱਖ ਦਿੰਦੇ ਨੇ। ਅੰਨ ਉਹਨੂੰ ਪਚਦਾ ਨਹੀਂ, ਸੂਰਜ ਉਹਨੂੰ ਸਾੜਦਾ ਹੈ, ਧਰਤੀ ਉਹਨੂੰ ਵੇਲ ਨਹੀਂ ਦਿੰਦੀ ਫਿਰ ਉੱਤੇ ਰਹਿਣ ਨੂੰ। ਇੰਨੀ ਮਾੜੀ ਹਾਲਤ ਹੋ ਜਾਂਦੀ। ਜੋ ਆਪਣੇ ਗੁਰ ਤੇ ਮੁਖ ਫਿਰ ਹੈ, ਇਹਾਂ ਉਹਾਂ ਤਿੰਨ ਕੇ ਗ੍ਰਹਿ ਗਿਰ ਹੈ। ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਨੇ ਸਾਰੀ ਕਥਾ ਲਿਖੀ ਹੈ। ਹਾਂਜੀ। ਜਥਾ ਚੋਰ ਕੋ ਚਹਿ ਸਭ ਮਾਰੇ, ਜਿਵੇਂ ਚੋਰ ਨੂੰ ਸਾਰੇ ਹੀ ਮਾਰਨਾ ਚਾਹੁੰਦੇ ਨੇ, ਚੋਰ ਦਾ ਕੋਈ ਵੀ ਹਾਮੀ ਨਹੀਂ ਬਣਦਾ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹਨਾਂ ਲੋਕਾਂ ਨੂੰ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਚਲੇ ਗਏ ਨੇ, ਕੋਈ ਵੀ ਮੂੰਹ ਨਹੀਂ ਲਾਉਂਦਾ। ਚੋਰ ਆਨੰਦਪੁਰ ਕੋ ਜੋ ਗਏ, ਜਿਹੜੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਗਏ ਨੇ, ਇਨ ਕੋ ਦੁੱਖ ਦ ਸਗਲ ਥਲ ਭਏ, ਉਹਨਾਂ ਨੂੰ ਹਰ ਥਾਂ ਤੇ ਦੁੱਖ ਹੀ ਦੁੱਖ ਹੈ।
ਨਹਿ ਕਿਨਹੂ ਕੀਨੂ ਸਨਮਾਨੂ। ਉਹਨਾਂ ਨੂੰ ਕਿਸੇ ਨੇ ਆਦਰ ਨਹੀਂ ਦਿੱਤਾ, ਸਨਮਾਨ ਨਹੀਂ ਦਿੱਤਾ, ਜੀ ਆਇਆ ਨਹੀਂ ਆਖਿਆ। ਦੁਖਤ ਛੁਦਤ ਸੇ ਭਏ ਮਹਾਨੂ। ਉਹ ਭੁੱਖੇ ਨੰਗੇ ਦੁਖੀ ਹੋ ਕੇ ਬੜੇ ਪਰੇਸ਼ਾਨ ਹੋ ਰਹੇ ਨੇ, ਰੋਟੀ ਤੋਂ ਵੀ ਆਵਾਜ਼ਾਰ ਹੋ ਗਏ ਨੇ। ਥਕਤ ਹੋਏ ਥਿਰ ਕੈ ਜਹ ਕਹਾਂ। ਔਰ ਥੱਕ ਕੇ ਹਾਰ ਕੇ ਉਹਨਾਂ ਨੂੰ ਕੋਈ ਥਾਂ ਨਹੀਂ ਜਦੋਂ ਮਿਲੀ। ਚਿੰਤਾ ਤੁਰ ਵਿਆਕੁਲ ਮਨ ਮਹਾ। ਬੜੇ ਚਿੰਤਾ ਤੁਰ ਹੋਏ ਨੇ, ਵਿਆਕੁਲ ਹੋਏ ਨੇ। ਔਰ ਆਨੰਦਪੁਰ ਕੋ ਚਲ ਆਏ। ਹਾਰ ਕੇ ਵਾਪਸ ਆਨੰਦਪੁਰ ਨੂੰ ਹੀ ਆਏ ਨੇ ਵੀ ਚਲੋ ਉੱਥੇ ਹੀ ਚੱਲੀਏ, ਹੋਰ ਤੇ ਕਿਤੇ ਟਿਕਾਣਾ ਨਹੀਂ ਮਿਲਿਆ। ਪਰੀ ਵਿਪਤ ਦੀਰਘ ਡਰ ਪਾਏ। ਬੜੀ ਵਿਪਤਾ ਭੋਗ ਕੇ ਡਰ ਕੇ ਤੰਗ ਹੋ ਕੇ ਆਏ ਨੇ। ਹੋਏ ਨਿਰਲਾਜ ਬਸੇ ਹਿਤ ਜੀਵਾ। ਫਿਰ ਇੱਥੇ ਆ ਕੇ ਬੇਸ਼ਰਮਾ ਦੀ ਤਰ੍ਹਾਂ ਆਪਣੀ ਰੋਜੀ ਰੋਟੀ ਲਈ ਫਿਰ ਇੱਥੇ ਹੀ ਵਸੇ ਨੇ। ਲਾਗੇ ਕਰਨ ਆਹਾਰ ਸਦੀਵਾ। ਫਿਰ ਇੱਥੇ ਰੋਟੀ ਮਿਲਣ ਲੱਗ ਪਈ ਹੈ। ਇਹ ਤਾਂ ਗੁਰੂ ਦਾ ਘਰ ਹੈ, ਇੱਥੇ ਤਾਂ ਕੋਈ ਭੁੱਖਾ ਮਰਦਾ ਹੀ ਨਹੀਂ। ਇੱਥੇ ਤਾਂ ਹਰ ਇੱਕ ਨੂੰ ਸਾਧ ਸੰਗਤ ਜੀ ਸਹਾਰਾ ਮਿਲਦਾ ਹੈ। ਕਿਤਕ ਬਰਖ ਇਸ ਭਾਂਤ ਬਿਤਾਏ। ਇਸ ਤਰ੍ਹਾਂ ਕਈ ਸਾਲ ਬਤੀਤ ਕੀਤੇ ਹਨ। ਚੁਣ ਚੁਣ ਚੋਰ ਸਬੈ ਗਹਿ ਘਾਏ। ਚੁਣ ਚੁਣ ਕੇ ਸਾਰੇ ਚੋਰ ਮਾਰੇ ਹਨ। ਜੇਤਕ ਭਾਜ ਸ਼ਹਿਰ ਤੇ ਗਏ। ਜਿਹੜੇ ਸ਼ਹਿਰ ਤੋਂ ਭੱਜ ਗਏ ਹਨ। ਭੁਖਤ ਮਰਤ ਫਿਰ ਆਵਤ ਭਏ। ਭੁੱਖੇ ਮਰਦੇ ਫਿਰ ਆ ਗਏ ਹਨ। ਦਿਨ ਪ੍ਰਤ ਅਦਕ ਅਦਕ ਪ੍ਰਤਾਪਾ। ਗੁਰੂ ਕਲਗੀਧਰ ਦਾ ਪ੍ਰਤਾਪ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਵਧੈ ਗੁਰਨ ਕੋ ਦੁਸ਼ਟਨ ਖਾਪਾ। ਤੇ ਦੁਸ਼ਟਾਂ ਦਾ ਨਾਸ ਹੋ ਰਿਹਾ ਹੈ ਤੇ ਗੁਰੂ ਦਾ ਪ੍ਰਤਾਪ ਵੱਧ ਰਿਹਾ ਹੈ। ਕਬਹੂ ਘਨੀ ਸੈਨ ਹੋਏ ਜਾਵੇ। ਕਦੀ ਮਹਾਰਾਜ ਕੋਲ ਫੌਜਾਂ ਬਹੁਤ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਹਨ। ਰਹਿ ਨਿਕਟ ਚਹੁ ਦਿਸ ਸਿੱਖ ਆਵੇਂ। ਚਾਰੇ ਪਾਸਿਆਂ ਦੇ ਸਿੱਖ ਆ ਕੇ ਗੁਰੂ ਕੋਲ ਰਹਿੰਦੇ ਆ। ਕੋਈ 2 ਮਹੀਨਿਆਂ ਲਈ, ਕੋਈ 6 ਮਹੀਨਿਆਂ ਲਈ, ਕੋਈ ਸਾਲ ਲਈ ਸੇਵਾ ਸੁੱਖ ਦਾ ਗੁਰੂ ਘਰ ਦੀ। ਕਬਹੂ ਆਪਣੇ ਸਦਨ ਸਿਧਾਰੈ। ਤੇ ਕਦੀ ਛੁੱਟੀ ਲੈ ਕੇ ਸਿੱਖ ਆਪਣੇ ਪਰ ਪਿੰਡਾਂ ਘਰਾਂ ਨੂੰ ਵੀ ਜਾਂਦੇ ਨੇ, ਕਿਉਂਕਿ ਘਰਾਂ ਦੇ ਕੰਮਕਾਰ ਵੀ ਦੇਖਣੇ ਆ, ਖੇਤੀਬਾੜੀ ਵੀ ਹੈ, ਬਾਲ ਬੱਚੇ ਵੀ ਹਨ, ਦੁਕਾਨਦਾਰੀ ਹੈ, ਕਿਸੇ ਦੀ ਨੌਕਰੀ ਹੈ, ਜੈਸੀ ਜੈਸੀ ਕਿਸੇ ਦੀ ਵਿਵਸਥਾ ਹੈ ਉਹਦੇ ਮੁਤਾਬਕ ਸਿੱਖ ਆਉਂਦੇ ਔਰ ਜਾਂਦੇ ਰਹਿੰਦੇ ਹਨ। ਸੁਤ ਬਨਤਾ ਕੋ ਨਹੀਂ ਸੰਭਾਰੈ। ਘਰ-ਬਾਰ ਦੀ ਜਦੋਂ ਯਾਦ ਆ ਜਾਂਦੀ ਹੈ, ਬੱਚਿਆਂ ਦੀ, ਪਤਨੀ ਦੀ, ਮਾਂ-ਬਾਪ ਦੀ, ਫਿਰ ਛੁੱਟੀ ਲੈ ਕੇ ਚਲੇ ਵੀ ਜਾਂਦੇ ਹਨ। ਚਾਕਰ ਕਬਹੂ ਘਨੇ ਹੋਏ ਜਾਏ। ਕਦੀ ਮਹਾਰਾਜ ਕੋਲ ਫੌਜ ਵਿੱਚ ਨੌਕਰ ਜ਼ਿਆਦਾ ਭਰਤੀ ਹੋ ਜਾਂਦੇ ਹਨ। ਕਬਹੂ ਦਰ ਬਲੇ ਘਰਹੂ ਸਿਧਾਏ। ਤੇ ਕਦੀ ਤਨਖਾਹ ਲੈ ਕੇ, ਛੁੱਟੀ ਲੈ ਕੇ ਘਰ ਪੈਸੇ ਦੇਣ ਵੀ ਚਲੇ ਜਾਂਦੇ ਹਨ। ਗੁਰ ਕੇ ਸੰਗ ਜੰਗ ਕਬ ਹੋਏ। ਗੁਰੂ ਦੇ ਨਾਲ ਕਦੀ ਜੰਗ ਯੁੱਧ ਹੁੰਦਾ ਹੈ ਤਾਂ ਕਬਹੂ ਕਰਹਿ ਸੰਧ ਰਿਪ ਜੋਏ। ਤੇ ਕਦੀ ਦੁਸ਼ਮਣ ਸੰਧੀ ਕਰ ਲੈਂਦੇ ਨੇ, ਕਦੀ ਲੜਾਈ ਕਰਦੇ ਨੇ। ਏਦਾਂ ਦਾ ਵਰਤਾਰਾ ਚੱਲਦਾ ਹੈ। ਕਬਹੂ ਅਖੀਰ ਬ੍ਰਿਤ ਕੋ ਕਰੈ। ਕਦੀ ਕਲਗੀਧਰ ਪਾਤਸ਼ਾਹ ਸ਼ਿਕਾਰ ਨੂੰ ਚੜ੍ਹਦੇ ਹਨ। ਦੁੰਦਬ ਬਜੈ ਸੁਭਟ ਸੰਗ ਚਰੈ। ਕਹਿੰਦੇ ਨਗਾਰੇ ਵੱਜਦੇ ਨੇ। ਭਾਈ ਉਦੇ ਸਿੰਘ ਵਰਗੇ, ਭਾਈ ਜੀਤਮਲ, ਭਾਈ ਮਾਰੀ ਚੰਦ ਵਰਗੇ, ਗੰਗਾ ਰਾਮ ਵਰਗੇ ਬੜੇ ਬੜੇ ਸੂਰਮੇ, ਦਇਆ ਰਾਮ ਵਰਗੇ, ਨੰਦ ਚੰਦ ਵਰਗੇ ਯੋਧੇ ਅਤੇ ਹੋਰ ਬੇਅੰਤ ਗੁਰੂ ਦੇ ਲਾਲ ਨਾਲ ਸ਼ਿਕਾਰ ਨੂੰ ਚੜ੍ਹਦੇ ਨੇ। ਮਨ ਭਾਵਤ ਵਿਚਰਤ ਬਹੁ ਕਾਨਨ। ਮਨ ਭਾਉਂਦੇ ਜੰਗਲਾਂ 'ਚ ਸ਼ਿਕਾਰ ਖੇਡਦੇ ਨੇ। ਸਤਰਨ ਤਰਾਸ ਨਾਦ ਸੁਨ ਕਾਨਨ। ਜਦੋਂ ਨਗਾਰਾ ਵੱਜਦਾ ਤੇ ਬੰਦੂਕਾਂ ਦੀ ਕਾੜ ਕਾੜ ਪਹਾੜਾਂ 'ਚ ਗੂੰਜਦੀ ਹੈ ਤੇ ਸ਼ਤਰੂਆਂ ਦੇ ਦਿਲ ਧੜਕੂ ਧੜਕੂ ਕਰਦੇ ਨੇ ਤੇ ਖਾਲਸੇ ਦੇ ਡੋਲੇ ਫਰਕਦੇ ਨੇ। ਰਾਮਨਗਰ ਜੋ ਮਗ ਮਹਿ ਆਵੇ। ਰਸਤੇ ਜੇ ਕੋਈ ਪਿੰਡ ਸ਼ਹਿਰ ਪਹਾੜੀਆਂ ਦਾ ਆਉਂਦਾ ਹੈ, ਰਹਿ ਭੇਟ ਦੇ ਸੀਸ ਨਿਵਾਵੇਂ। ਉਹ ਲੋਕ ਆਪੇ ਹੀ ਭੇਟਾ ਲੈ ਕੇ ਖਲੋ ਜਾਂਦੇ ਨੇ। ਮਹਾਰਾਜ 10ਵੇਂ ਪਾਤਸ਼ਾਹ ਦੀ ਸਵਾਰੀ ਆ ਰਹੀ ਹੈ, ਕੋਈ ਮਹਾਰਾਜ ਦੇ ਲੰਗਰ ਵਾਸਤੇ ਰਸਤਾ ਬਸਤਾ ਭੇਟਾ ਕਰਦੇ ਨੇ, ਕੋਈ ਘੋੜਿਆਂ ਲਈ ਘਾਹ ਪੱਠਾ ਭੇਟਾ ਕਰਦੇ ਨੇ। ਸੋ ਆਪਣੀ ਰੱਖਿਆ ਕਰ ਲੇਤ। ਜਿਹੜੇ ਖੁਸ਼ੀ ਖੁਸ਼ੀ ਭੇਟਾ ਦੇ ਦਿੰਦੇ ਨੇ, ਰਸਤਾ ਬਸਤਾ ਦੇ ਦਿੰਦੇ ਨੇ, ਉਹ ਆਪਣੀ ਰੱਖਿਆ ਕਰ ਲੈਂਦੇ ਨੇ। ਉਹ ਸਮਝੋ ਆਪਣੇ ਨਗਰ ਨੂੰ ਗੁਰੂ ਪਾਤਸ਼ਾਹ ਦੀ ਸ਼ਰਨ ਪਾ ਕੇ ਬਚਾ ਲੈਂਦੇ ਨੇ। ਇਹ ਕੋਸ ਭੱਟ ਤਰਾਸ ਨਹਿ ਦੇਤ। ਗੁਰੂ ਦੀ ਫੌਜ ਉਹਨਾਂ ਨੂੰ ਕੋਈ ਛੇੜਦੀ ਨਹੀਂ, ਕਿਸੇ ਨੂੰ ਧੱਕਾ ਨਹੀਂ ਕਰਦੇ, ਕਿਸੇ ਨਾਲ ਤੰਗੀ ਨਹੀਂ ਕਰਦੇ। ਜਿਹੜਾ ਪ੍ਰੇਮ ਨਾਲ ਘੋੜਿਆਂ ਲਈ ਘਾਹ ਪੱਠਾ ਤੇ ਲੰਗਰ ਲਈ ਰਸਤਾ ਬਸਤਾਂ ਤੇ ਬਾਲਣ, ਇਹੀ ਗੁਰੂ ਕੇ ਸਿੱਖਾਂ ਦੀ ਮੰਗ ਹੁੰਦੀ ਹੈ। ਜੋੜਨ ਦੀ ਮੰਗ ਮਹਾਰਾਜ ਨੇ ਰੱਖੀ ਨਹੀਂ, ਲੁੱਟਣ ਦੀ ਮੰਗ ਮਹਾਰਾਜ ਨੇ ਇਸ ਕਰਕੇ ਨਹੀਂ ਰੱਖੀ ਵੀ ਖਾਲਸਾ ਲੁੱਟ ਕੇ ਤੇ ਆਪਣੇ ਖਜ਼ਾਨੇ ਭਰੇਗਾ।
ਬਲਕਿ ਮਹਾਰਾਜ ਨੇ ਲੁੱਟਿਆ ਉਹਨਾਂ ਨੂੰ ਹੈ ਜਿਹੜੇ ਸਾਧ ਸੰਗਤ ਜੀ ਲੋਕਾਂ ਨੂੰ ਲੁੱਟਦੇ ਸੀ, ਗਰੀਬਾਂ ਨੂੰ ਲੁੱਟ ਕੇ ਤੇ ਆਪਣੇ ਖਜ਼ਾਨੇ ਭਰੀ ਬੈਠੇ ਸੀ। ਉਹਨਾਂ ਨੂੰ ਮਹਾਰਾਜ ਕਹਿੰਦੇ ਇਹਨਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਿਓ। ਗਰੀਬ ਵਿਚਾਰੇ ਪ੍ਰਸ਼ਾਦੇ ਤੋਂ ਵੀ ਆਵਾਜ਼ਾਰ ਨੇ। ਜ਼ਮੀਨਾਂ ਸਾਧ ਸੰਗਤ ਜੀ ਇਹ ਤਾਂ ਬਾਬੇ ਬੰਦੇ ਬਹਾਦਰ ਨੇ ਜੱਟਾਂ ਨੂੰ ਦਿੱਤੀਆਂ ਜ਼ਿਮੀਂਦਾਰਾਂ ਨੂੰ। ਪਹਿਲਾਂ ਤੇ ਜ਼ਮੀਨਾਂ ਜਿਹੜੀਆਂ ਸਨ ਇਹ ਸਰਕਾਰ ਦੀਆਂ ਸਨ, ਚੌਧਰੀਆਂ ਦੀਆਂ ਸਨ, ਤੇ ਪਿੰਡਾਂ 'ਚ ਜ਼ਿਮੀਂਦਾਰ ਮੁਜੇਰੇ ਸਨ। ਇੱਕ ਕਿੱਲਾ ਜ਼ਮੀਨ ਵਿੱਚੋਂ 5-6 ਕੁਆਂਟਲ ਹੱਦ ਜਿਹੜੀ ਕਣਕ ਨਿਕਲਦੀ ਸੀ, ਅੱਜ ਕੱਲ੍ਹ ਤਾਂ 20-25 ਕੁਆਂਟਲ ਨਿਕਲਦੀ ਹੈ, ਕਿਉਂਕਿ ਜਿਹੜੀ ਹੈ ਅੱਜ ਕੱਲ੍ਹ ਬੀਜ ਬੜੇ ਤੇ ਹੋਰ ਤਰ੍ਹਾਂ ਦੇ ਸਿਸਟਮ ਆ ਗਏ, ਖਾਦਾਂ ਆ ਗਈਆਂ। ਪਹਿਲਾਂ ਕਣਕ ਵੀ ਥੋੜ੍ਹੀ ਨਿਕਲਣੀ, ਫਿਰ ਉਹ 8ਵਾਂ ਹਿੱਸਾ ਜੱਟ ਨੂੰ ਦੇਣਾ ਜ਼ਿਮੀਂਦਾਰ ਨੂੰ, ਤੇ ਬਾਕੀ 7 ਹਿੱਸੇ ਸਰਕਾਰ ਨੇ ਚੁੱਕ ਕੇ ਲੈ ਜਾਣ। ਜ਼ਿਮੀਂਦਾਰਾਂ ਦੇ ਪਿੰਡੇ ਤੇ ਤਾਂ ਪਾਣ ਨੂੰ ਖੱਦਰ ਦਾ ਕੁੜਤਾ ਵੀ ਨਹੀਂ ਸੀ ਹੁੰਦਾ, ਤੇ ਵਿਚਾਰੇ ਗਰੀਬੀ 'ਚ ਰੁਲਦੇ ਸਨ। ਚੌਧਰੀ ਜਿਹੜੇ ਸਨ ਉਹ ਮਾਲਾ ਮਾਲ ਹੋਏ ਪਏ ਸਨ, ਉਹ ਖਾ ਕੇ ਲੋਕਾਂ ਦਾ ਲਹੂ ਪੀ ਕੇ ਆਫਰੇ ਪਏ ਸਨ। ਫਿਰ ਮਹਾਰਾਜ ਉਹਨਾਂ ਚੌਧਰੀਆਂ ਨੂੰ ਹੱਥ ਲਾਉਂਦੇ ਆ, ਜਿਹੜੇ ਆਪੇ ਭੇਟਾ ਦੇ ਦਿੰਦੇ ਉਹਨਾਂ ਨੂੰ ਤਾਂ ਕੁਛ ਨਹੀਂ ਕਹਿੰਦੇ, ਤੇ ਜਿਹੜੇ ਅੜਦੇ ਆ ਫਿਰ ਉਹ ਝੜ ਜਾਂਦੇ ਹਨ। ਅਹੰਕਾਰ ਤੇ ਜੋਏ, ਜਿਹੜੇ ਹੰਕਾਰ ਕੇ ਆਕੜਦੇ ਨੇ ਵੀ ਅਸੀਂ ਨਹੀਂ ਦਿੰਦੇ ਗੁਰੂ ਨੂੰ ਕੁਛ ਭੇਟਾ, ਅਸੀਂ ਗੁਰੂ ਨੂੰ ਕੀ ਸਮਝਦੇ ਹਾਂ, ਸਾਡੇ ਕੋਲ ਵੀ ਫੌਜਾਂ ਨੇ, ਅਸੀਂ ਗੁਰੂ ਨੂੰ ਅਸੀਂ ਆਪਣੇ ਰਾਜੇ ਨੂੰ ਦਈਏ ਕਿ ਗੁਰੂ ਨੂੰ ਦਈਏ, ਇੱਦਾਂ ਦੀਆਂ ਜਿਹੜੇ ਗੱਲਾਂ ਕਰਦੇ ਨੇ। ਅੱਗੇ ਨਿਕਸਨ ਨਰਮੀ ਹੋਏ, ਅੱਗੋਂ ਦੀ ਆ ਕੇ ਨਹੀਂ ਮਿਲਦੇ, ਨਮਰਤਾ ਨਹੀਂ ਦਿਖਾਉਂਦੇ, ਭੇਟਾ ਕੋਈ ਦਰਸ਼ਨ ਭੇਟਾ, ਕੋਈ ਘਾਹ ਪੱਠਾ, ਕੋਈ ਰਸਤ ਬਸਤ ਨਹੀਂ ਭੇਟਾ ਕਰਦੇ। ਘਰ ਤੇ ਦੁੱਧ ਦੁਗਧ ਨਿਕਾਰੈ, ਫਿਰ ਉਹਨਾਂ ਨੂੰ ਫਿਰ ਸੌਦਾ ਲਾਣਾ ਪੈਂਦਾ। ਉਹਨਾਂ ਦੇ ਘਰੋਂ ਫਿਰ ਜੋਧੇ ਜਾ ਕੇ ਦੁੱਧ ਦੀਆਂ ਚਾਟੀਆਂ, ਦਹੀਂ ਦੀਆਂ ਚਾਟੀਆਂ ਚੁੱਕ ਲੈਂਦੇ ਹਨ। ਕਹੇ ਛਾਂਗ ਜੇਤਕ ਹੋਏ ਮਾਰੈ, ਜਿੰਨੇ ਕੁ ਬੱਕਰੇ ਹੁੰਦੇ ਨੇ ਉਹ ਵੀ ਲੈ ਆਉਂਦੇ ਨੇ, ਚਟੰਗੇ ਲਿਆ ਕੇ ਝੜਕ ਲੈਂਦੇ ਨੇ। ਖਾਲਸਾ ਜੀ ਅੱਜ ਤਾਂ ਪਿਛਲੇ 50 ਸਾਲਾਂ ਤੋਂ ਖਾਲਸੇ ਪੰਥ ਨੂੰ ਮੂੰਗੀ ਦੀ ਦਾਲ ਤੇ ਹੀ ਲਾ ਛੱਡਿਆ ਸਾਰਿਆਂ ਨੇ। ਇਹ ਠੀਕ ਹੈ ਵੀ ਜਿਹੜੇ ਨਾਮ ਜਪਣ ਵਾਲੇ ਸਾਧੂ ਬਿਰਤੀ ਵਾਲੇ ਨਿਰਮਲੇ ਉਦਾਸੀ ਮਹਾਤਮਾ, ਉਹਨਾਂ ਨੂੰ ਨਮਸਕਾਰ ਹੈ। ਉਹ ਸਤੋਗੁਣੀ ਭੋਜਨ ਛਕਦੇ ਸੀ, ਨਾਮ ਜਪਦੇ ਸੀ, ਬਾਣੀ ਪੜ੍ਹਦੇ ਸੀ। ਉਹਨਾਂ ਮਹਾਂਪੁਰਸ਼ਾਂ ਨੂੰ ਮਾਸ ਖਾਣਾ ਮਨ੍ਹਾ ਹੈ। ਪਰ ਜਿਹੜਾ ਛਤਰੀ ਹੈ, ਜਿਹਨੇ ਯੁੱਧ ਕਰਨਾ, ਸ਼ਸਤਰ ਰੱਖਣੇ ਨੇ, ਜੇ ਉਹ ਵੀ ਸਾਧ ਸੰਗਤ ਜੀ ਕਿਰਪਾਨਾਂ ਪਾ ਕੇ ਵੀ ਮੂੰਗੀ ਦੀ ਦਾਲ ਹੀ ਖਾਣੀ ਹੈ, ਤਾਂ ਫਿਰ ਕਿਰਪਾਨਾਂ ਪਾਉਣ ਦਾ ਕੋਈ ਫਾਇਦਾ ਨਹੀਂ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਦਿੱਤੇ ਹੈ। ਸਿੰਘ ਕਹਿੰਦੇ ਬੱਕਰੇ ਖੋਹ ਲੈਂਦੇ ਉਹਨਾਂ ਕੋਲੋਂ, ਜਿਹੜੇ ਅੜਦੇ ਆ ਫਿਰ ਝਟਕਾ ਦਿੰਦੇ ਉਹਨਾਂ ਦੇ ਸਾਹਮਣੇ ਹੀ, ਤੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਜੇ ਅੱਗੇ ਨੂੰ ਇਹਨਾਂ ਅੱਗੇ ਹੱਥ ਨਾ ਜੋੜੇ, ਇਹ ਹੋਰ ਡਾਢੇ ਹੋ ਕੇ ਟੱਕਰਨਗੇ। ਬਾਬੇ ਬੰਦੇ ਬਹਾਦਰ ਦੇ ਡੇਰੇ ਕਲਗੀਧਰ ਪਾਤਸ਼ਾਹ ਜਾਣਗੇ ਜਦੋਂ, ਤੇ ਉੱਥੇ ਜਾ ਕੇ ਸਤਿਗੁਰੂ ਪਲੰਘ ਤੇ ਬੈਠ ਗਏ, ਤੇ ਬਾਬਾ ਬੰਦਾ ਜੀ ਪਰਾਂ ਗਏ ਹੋਏ ਸਨ ਮਾਧੋ ਦਾਸ ਕਿਤੇ ਤਪ ਕਰਨ ਵਾਸਤੇ, ਉਹਦੇ ਚੇਲੇ ਫਿਰਦੇ ਸਨ। ਸਿੰਘਾਂ ਨੇ ਦਰਖਤਾਂ ਦੇ ਪੱਤੇ ਪੁੱਤੇ ਫਲ ਫੁੱਲ ਲਾ ਕੇ ਸਾਰੇ ਛਕ ਲਏ। ਭਾਈ ਦਇਆ ਸਿੰਘ ਸਾਹਿਬ ਕਹਿੰਦੇ ਮਹਾਰਾਜ ਦੁਪਹਿਰ ਦਾ ਸਮਾਂ, ਲੰਗਰ ਦਾ ਪ੍ਰਸ਼ਾਦੇ ਦਾ ਕੀ ਦਾਲਾ ਭਾਜਾ ਕੀ ਬਣਾਈਏ, ਲੰਗਰ ਤਿਆਰ ਕਰੀਏ, ਕਿਉਂਕਿ ਭਾਈ ਸਾਹਿਬ ਦਾ ਇਸ਼ਾਰਾ ਵੀ ਉੱਧਰ ਹੀ ਸੀ ਵੀ ਬੰਦੇ ਬਹਾਦਰ ਦੇ ਡੇਰੇ 'ਚ ਚਟੰਗੇ ਬੜੇ ਫਿਰਦੇ ਸਨ। ਬਾਬਾ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਝਟਕ ਦਿਓ ਇਹਨਾਂ ਨੂੰ। 5-7 ਬੱਕਰਿਆਂ ਨੂੰ ਜਦੋਂ ਤਿਲਕ ਲਾਇਆ, ਚਟੰਗੇ ਝਟਕੇ, ਤੇ ਉਸੇ ਵੇਲੇ ਜਾ ਕੇ ਉਹਦੇ ਸਾਧਾਂ ਦੇ ਚੇਲਿਆਂ ਨੇ ਜਾ ਕੇ ਬਾਬੇ ਬੰਦੇ ਬਹਾਦਰ ਨੂੰ, ਮਾਧੋ ਦਾਸ ਨੂੰ ਦੱਸਿਆ ਵੀ ਤੇਰੇ ਡੇਰੇ ਵਿੱਚ ਤਾਂ ਬੜਾ ਪਾਪ ਹੋ ਗਿਆ, ਬੜਾ ਉਪਦਰਵ ਹੋ ਗਿਆ, ਲਹੂ ਲੁਹਾਨ ਕਰ ਦਿੱਤਾ ਡੇਰਾ, ਕੋਈ ਬੜਾ ਤੇਜਸਵੀ ਪੁਰਸ਼ ਆ ਕੇ ਤੇਰੇ ਆਸਣ ਤੇ ਬਹਿ ਗਿਆ, ਤੇ ਉਹਦੇ ਚਿਹਰੇ ਵੱਲ ਨਹੀਂ ਦੇਖਿਆ ਜਾਂਦਾ, ਬੜਾ ਜਾਹੋ ਜਲਾਲ ਹੈ, ਤੇ ਸਾਰੇ ਚਟੰਗੇ ਝਟਕ ਦਿੱਤੇ, ਬੱਕਰੇ ਝਟਕ ਦਿੱਤੇ ਤੇਰੇ। ਤੇ ਮਾਧੋ ਦਾਸ ਨੇ ਆਪਣੇ ਵੀਰ ਭੇਜੇ ਵੀ ਜਾਓ ਪਲੰਘਾ ਮੂਧਾ ਕਰ ਦਿਓ। ਪਰ ਕਲਗੀਧਰ ਪਾਤਸ਼ਾਹ ਦੀ ਆਤਮਕ ਸ਼ਕਤੀ ਦੇ ਸਾਹਮਣੇ ਉਹਦੇ ਵੀਰਾਂ ਦਾ ਕੋਈ ਚਾਰਾ ਨਹੀਂ ਚੱਲਿਆ। ਤੇ ਜਦੋਂ ਬਾਬਾ ਬੰਦਾ ਆਪ ਆਇਆ ਨਾ, ਮਾਧੋ ਦਾਸ ਆਇਆ, ਕਲਗੀਧਰ ਪਾਤਸ਼ਾਹ ਨੇਤਰਾਂ 'ਚ ਪਾ ਕੇ ਨੇਤਰ ਸਾਰੀ ਸ਼ਕਤੀ ਖਿੱਚ ਲਈ, ਗੋਡਿਆਂ ਭਾਰ ਡਿੱਗਾ, ਕਹਿਣ ਲੱਗਾ ਤੁਸੀਂ ਕੌਣ ਹੋ? ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੂੰ ਜਾਣਦਾ ਹੈ। ਕਹਿੰਦਾ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਹੋ? ਮਹਾਰਾਜ ਕਹਿੰਦੇ ਹਾਂ। ਤੂੰ ਕੌਣ ਹੈ? ਕਹਿੰਦਾ ਮੈਂ ਬੰਦਾ। ਕਿਹੜਾ ਬੰਦਾ? ਤੁਹਾਡਾ ਬੰਦਾ। ਮਹਾਰਾਜ ਕਹਿੰਦੇ ਜੇ ਸਾਡਾ ਬੰਦਾ ਫਿਰ ਬੰਦਿਆਂ ਵਾਲੇ ਕੰਮ ਕਰ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਕੀ ਚੱਕਰ 'ਚ ਪਿਆ ਹੋਇਆ? ਆ ਤੇਰੇ ਡੇਰੇ 'ਚ 4 ਚਟੰਗੇ ਝਟਕੇ ਤੇ ਤੇਰਾ ਡੇਰਾ ਪਵਿੱਤਰ ਹੋ ਗਿਆ, ਤੇਰੇ ਲਹੂ ਦੇ ਨਾਲ ਤੇਰਾ ਡੇਰਾ ਮੈਲਾ ਹੋ ਗਿਆ। ਉਹ ਜਿੱਥੇ 7 ਸਾਲ ਤੇ 9 ਸਾਲ ਦੇ ਬੱਚੇ ਨੀਹਾਂ 'ਚ ਚਿਣ ਦਿੱਤੇ, ਉਹ ਦੇਸ਼ ਕਿੱਧਰੋਂ ਪਵਿੱਤਰ ਹੈ?
ਜਦੋਂ ਇਹ ਗੱਲ ਸੁਣੀ ਤੇ ਕਾਇਆ ਹੀ ਕਲਪ ਕਰ ਦਿੱਤੀ। ਸੋ ਖਾਲਸਾ ਜੀ ਸ਼ੰਕੇ 'ਚ ਨਹੀਂ ਪੈਣਾ। ਅਸਲ ਜਿਹੜੀ ਖਾਲਸੇ ਦੀ ਮਰਜ਼ਾਦਾ ਹੈ ਸਾਡੇ ਗ੍ਰੰਥਾਂ 'ਚ ਲਿਖੀ ਹੋਈ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੋਵੇਂ ਪੱਖ ਲਿਖੇ ਹੈ। ਜੇ ਕੋਈ ਮਾਸ ਖਾ ਖਾ ਕੇ ਰਾਖਸ਼ ਬਣਿਆ ਨਾ, ਮਹਾਰਾਜ ਉਹਨੂੰ ਕਹਿੰਦੇ ਨਾ ਭਾਈ ਇਹ ਮਾਸ ਖਾਣਾ ਛੱਡ ਦੇ, ਤੇਰੀ ਬੁੱਧੀ ਭ੍ਰਿਸ਼ਟ ਕਰ ਦਿੰਦਾ। ਕਿਉਂਕਿ ਜਿਹੜੇ ਮਾਸ ਖਾਂਦੇ ਆ, ਸ਼ਰਾਬਾਂ ਪੀਂਦੇ ਆ, ਵਿਸ਼ੇ ਭੋਗਦੇ ਆ, ਉਹ ਫਿਰ ਰਾਖਸ਼ ਬਿਰਤੀ ਹੋ ਜਾਂਦੀ, ਉਹਨਾਂ ਦੀ ਤਾਮਸੀ ਬਿਰਤੀ ਹੋ ਜਾਂਦੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਵਲੂਤ ਰਾਖਸ਼ ਨੂੰ ਉਪਦੇਸ਼ ਦਿੱਤਾ, ਪ੍ਰਥਮ ਤਜੋ ਆਮਿਤ ਖੋ ਖਾਣਾ, ਪਹਿਲਾਂ ਮਾਸ ਖਾਣਾ ਛੱਡ, ਫਿਰ ਤੈਨੂੰ ਗਿਆਨ ਹੋਵੇਗਾ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੀ ਬਚਨ ਆਉਂਦੇ ਆ, ਦੋਵੇਂ ਤਰ੍ਹਾਂ ਦੇ ਪੱਖ ਆਉਂਦੇ ਆ। ਅਸੀਂ ਇੱਕੋ ਪਲੜੇ ਨੂੰ ਖਿੱਚੀ ਜਾਂਦੇ ਆ। ਜਿਹੜੇ ਖਾਣ ਵਾਲੇ ਨੇ ਉਹ ਖਾਣ ਦਾ ਹੀ ਪ੍ਰਚਾਰ ਕਰੀ ਜਾਂਦੇ, ਧੜਾ ਧੜ ਵੀ ਜਿਹੜਾ ਮਾਸ ਨਹੀਂ ਖਾਂਦਾ ਉਹ ਸਿੱਖ ਨਹੀਂ। ਤੇ ਜਿਹੜੇ ਨਾ ਖਾਣ ਵਾਲੇ ਨੇ ਉਹ ਕਹਿੰਦੇ ਜਿਹਨੇ ਮਾਸ ਦਾ ਨਾਮ ਹੀ ਲੈ ਲਿਆ, ਵਾਹਿਗੁਰੂ 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 ਵਾਹਿਗੁਰੂ, ਉਹਦਾ ਮੂੰਹ ਹੀ ਝੂਠਾ ਹੋ ਜਾਂਦਾ, ਕੁਰਲੀਆਂ ਕਰੀ ਜਾਂਦੇ ਆ। ਖਾਲਸਾ ਜੀ ਇੱਦਾਂ ਨਹੀਂ ਹੈ। ਇਹ ਵਿਵੇਕ ਬੁੱਧੀ ਨਾਲ ਜੇ ਤੁਸੀਂ ਸੂਰਜ ਪ੍ਰਕਾਸ਼ ਦੀ ਕਥਾ ਸੁਣੋਗੇ ਤੇ ਤੁਹਾਡੇ ਸਾਰੇ ਸ਼ੰਕੇ ਮਿਟ ਜਾਣਗੇ। ਸੋ ਇੱਥੇ ਮਹਾਰਾਜ ਸਾਹਿਬ ਦਾ ਪ੍ਰਸੰਗ ਆ ਰਿਹਾ, ਗਹਿ ਛਾਂਗ ਜੇਤਕ ਹੋਏ ਮਾਰੈ। ਜਿੰਨੇ ਕੁ ਬੱਕਰੇ ਹੁੰਦੇ ਨੇ ਚੌਧਰੀਆਂ ਦੇ ਪਾਲੇ ਹੁੰਦੇ ਨੇ, ਤੇ ਉਹ ਚੌਧਰੀ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਪਰਵਾਹ ਨਹੀਂ ਕਰਦੇ। ਸਿੰਘ ਕਹਿੰਦੇ ਲਿਆਓ ਫਿਰ ਇਹਨਾਂ ਨੂੰ ਪਰਵਾਹ ਦੱਸਦੇ ਆ ਕਿਵੇਂ ਕਰੀਦੀ ਹੁੰਦੀ ਹੈ। ਲਿਆ ਕੇ ਚਟੰਗੇ ਉਹਨਾਂ ਦੇ ਪਿੰਡਾਂ 'ਚ ਉੱਥੇ ਹੀ ਝਟਕਾ ਕੇ ਬਣਾ ਦਿੰਦੇ ਹਨ। ਘਾਸ ਜੇ ਸੰਚਿਓ ਹੋਏ, ਜਿਹੜਾ ਲੱਕੜਾਂ ਦਾ ਬਾਲਣ ਦਾ ਢੇਰ ਲਾਇਆ ਹੁੰਦਾ ਉਹ ਵੀ ਚੁੱਕ ਲੈਂਦੇ ਹਨ, ਤੇ ਜਿਹੜਾ ਘੋੜਿਆਂ ਲਈ ਘਾਹ ਪੱਠਾ ਉਹ ਵੀ ਸਿੰਘ ਚੁੱਕ ਲੈਂਦੇ ਹਨ। ਛੀਨ ਲੈ ਤਾਂ ਬਸ ਚਲੇ ਨਾ ਕੋਈ, ਉਹਨਾਂ ਆਕੀਆਂ ਨੂੰ ਫਿਰ ਸੋਧਾ ਲਾਉਂਦੇ, ਉਹਨਾਂ ਦਾ ਵਸ ਨਹੀਂ ਚੱਲਦਾ, ਸਭ ਖੋਹ ਖਾ ਲੈਂਦੇ ਨੇ ਸਿੰਘ। ਤੇ ਰਹੇ ਉਹ ਤੰਗ ਪੁਕਾਰ, ਤੇ ਜਾ ਕੇ ਉਹ ਪੁਕਾਰਾਂ ਕਰਦੇ ਰਾਜਿਆਂ ਦੇ ਕੋਲ, ਰਾਜਾ ਜੀ ਸਾਨੂੰ ਗੁਰੂ ਕੀਆਂ ਫੌਜਾਂ ਲੁੱਟ ਕੇ ਲੈ ਗਈਆਂ ਨੇ, ਬੋਲੇ ਬਹੁਤ ਖਾਹੇ ਸੋ ਮਾਰ। ਤੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਮਾਰ ਵੀ ਪੈਂਦੀ, ਕੁੱਟ ਵੀ ਪੈਂਦੀ, ਸੋਧਾ ਵੀ ਲਾਈਦਾ ਹੈ। ਇਸ ਪ੍ਰਕਾਰ ਨਿਜ ਤੇਜ ਟਿਕਾਇਓ, ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਦਾ ਪੂਰੇ 22 ਧਾਰ ਦੇ ਰਾਜਿਆਂ ਵਿੱਚ ਪ੍ਰਤਾਪ ਛਾ ਗਿਆ ਹੈ, ਤਪ ਤੇਜ ਪੂਰਾ ਹੈ, ਕੋਈ ਸਾਹਮਣੇ ਖੰਘ ਨਹੀਂ ਸਕਦਾ। ਹੁਣ ਸਭ ਰਾਜਨ ਮਨ ਤਰਾਸ ਉਪਾਇਓ, ਸਾਰਿਆਂ ਦੇ ਮਨ ਵਿੱਚ ਭੈ ਪੈਦਾ ਹੋ ਗਿਆ ਵੀ ਜੇ ਕੋਈ ਗੁਰੂ ਕਲਗੀਆਂ ਵਾਲੇ ਨਾਲ ਅੜੇਗਾ ਸੋ ਝੜੇਗਾ। ਸੰਗਤ ਨਿਤ ਵਧੈ ਵਿਸਾਲਾ, ਤੇ ਗੁਰੂ ਦੀਆਂ ਸੰਗਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਨੇ। ਮਹਾਰਾਜ ਦਾ ਸੰਗਤਾਂ ਦਾ ਆਵਾਜਾਈ ਦਾ ਇਕੱਠ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ। ਸਤਿਗੁਰੂ ਦਰਸ਼ਨ ਕਰਹਿ ਸੁਖਾਲਾ, ਤੇ ਮਹਾਰਾਜ ਦੇ ਦਰਸ਼ਨ ਕਰਦੇ ਜਨ ਸੁਖ ਦਿੰਦੇ ਹਨ ਦਰਸ਼ਨ। ਦੀਪਮਾਲ ਵਿਸਾਖੀ ਜੋਏ, ਦੀਵਾਲੀ ਦਾ ਤੇ ਵਿਸਾਖੀ ਦਾ ਜੋੜ ਮੇਲਾ ਹੁੰਦਾ ਹੈ। ਦਿਨ ਇਤਿਆਦ ਪੁਰਬ ਕੋ ਹੋਏ, ਔਰ ਕਹਿੰਦੇ ਇਤਿਆਦਿਕ ਜਿਹੜੇ ਸਾਧ ਸੰਗਤ ਜੀ ਗੁਰਪੁਰਬ ਹਨ ਉਹ ਮਨਾਏ ਜਾਂਦੇ ਹਨ, ਦੀਵਾਲੀ ਦਾ ਤੇ ਵਿਸਾਖੀ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ, ਗੁਰੂਆਂ ਦੇ ਸ਼ਹੀਦੀ ਦਿਹਾੜੇ, ਗੁਰੂ ਅਰਜਨ ਦੇਵ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ, ਇੱਦਾਂ ਦੇ ਜਿਹੜੇ ਦਿਹਾੜੇ ਹੁੰਦੇ ਨੇ ਸੰਗਤਾਂ ਦਾ ਜੋੜ ਮੇਲਾ, ਕਥਾ ਕੀਰਤਨ ਹੁੰਦਾ ਰਹਿੰਦਾ ਹੈ। ਸੰਤੇ ਚੱਲ ਚੱਲ ਆਵੇਂ, ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ, ਕਰ ਦਰਸ਼ਨ ਬਾਂਛਤ ਕੋ ਪਾਵੇਂ, ਦਰਸ਼ਨ ਕਰਕੇ ਮਨ ਬਾਂਛਤ ਫਲ ਪ੍ਰਾਪਤ ਕਰਦੀਆਂ ਨੇ। ਬਸਨ ਬਿਭੂਖਨ ਦਰਬ ਵਿਸਾਲਾ, ਬੜੇ ਸੋਹਣੇ ਬਸਤਰ ਗਹਿਣੇ ਮਾਇਆ ਭੇਟਾ ਕਰਦੀਆਂ ਨੇ। ਹੈ ਹਥਿਆਰ ਆਦ ਵਥ ਜਾਲਾ, ਸ਼ਸਤਰ ਘੋੜੇ ਭੇਟਾ ਕਰਦੀਆਂ ਹਨ ਸੰਗਤਾਂ। ਕਰ ਪਹਿ ਗੁਰ ਪਗ ਪੰਕਜ ਪਾਸ, ਗੁਰੂ ਸਾਹਿਬ ਦੇ ਚਰਨਾਂ ਕੋਲ ਲਿਆ ਕੇ ਭੇਟਾ ਕਰਦੀਆਂ ਨੇ। ਅਨਕ ਬਿਦਨ ਕੀ ਕਰੇ ਅਰਦਾਸ, ਅਨੇਕਾਂ ਪ੍ਰਕਾਰ ਦੀਆਂ ਅਰਦਾਸਾਂ ਕਰਦੀਆਂ ਨੇ। ਦੂਸਨ ਹੀ ਮਨ ਕਰ ਜਾਚੇ, ਕੋਈ ਗੁਪਤ ਹੀ ਮਨ ਵਿੱਚ ਹੀ ਅਰਦਾਸ ਕਰਦੇ ਆ, ਮੂੰਹ ਤੋਂ ਨਹੀਂ ਕਹਿੰਦੇ, ਮਨ ਵਿੱਚ ਹੀ ਫੁਰਨਾ ਕਰਦੇ, ਮਹਾਰਾਜ ਸਾਡੀ ਅਰਦਾਸ ਪੂਰੀ ਕਰ ਦੇਣ। ਉਹ ਕਰ ਜੋਰਤ ਬਾਕ ਉਬਾਚੇ, ਤੇ ਕਈ ਮੂੰਹ ਤੋਂ ਬੋਲ ਕੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਨੂੰ ਦੁੱਧ ਪੁੱਤ ਚਾਹੀਦਾ ਹੈ। ਸਗਰੇ ਪਾਏ ਕਾਮਨਾ ਗੁਰ ਤੇ, ਜੋ ਵੀ ਗੁਰੂ ਘਰ ਚ ਆਉਂਦਾ ਮਨੋ ਕਾਮਨਾ ਪੂਰੀ ਹੁੰਦੀ ਹੈ। ਕਰਹਿ ਪ੍ਰੇਮ ਪਦ ਪੰਕਜ ਉਰਤੇ, ਔਰ ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੇਮ ਕਰਦੇ ਹਨ। ਕੇਤਕ ਸੁਮਤ ਭਗਤ ਕੋ ਪਾਵੇਂ, ਕਈ ਪ੍ਰੇਮਾ ਭਗਤੀ ਸੁਮਤ ਗਿਆਨ ਪ੍ਰਾਪਤ ਕਰਦੇ ਹਨ। ਸਤ ਸੰਗਤ ਮਿਲ ਦਿਵਸ ਬਿਤਾਵੇਂ, ਤੇ ਸਾਧ ਸੰਗਤ ਚ ਮਿਲ ਕੇ ਸਮਾਂ ਗੁਜ਼ਾਰਦੇ ਹਨ। ਕੇ ਚਿਤ ਕਰਤ ਪ੍ਰੇਮ ਤੇ ਸੇਵਾ, ਕਈ ਪ੍ਰੇਮ ਨਾਲ ਸੇਵਾ ਕਰਦੇ ਹਨ। ਜਿਸ ਤੇ ਰੀਜਹਿ ਸ੍ਰੀ ਗੁਰੂ ਦੇਵਾ, ਜਿਸ ਤੋਂ ਸਤਿਗੁਰੂ ਪ੍ਰਸੰਨ ਹੁੰਦੇ ਹਨ। ਕਰਾਮਾਤ ਆਦਿਕ ਸਭ ਪਾਏ, ਔਰ ਸਭ ਦੀਆਂ ਮਨੋਕਾਮਨਾ ਪੂਰੀਆਂ ਦੀ ਕਰਾਮਾਤ ਵੀ ਮਿਲਦੀ ਗੁਰੂ ਘਰ ਤੋਂ।
ਜੈਸੀ ਜੈਸੀ ਕੋਈ ਸੇਵਾ ਕਰੇਗਾ, ਸਾਧਨਾ ਕਰੇਗਾ, ਰਿੱਧੀਆਂ ਸਿੱਧੀਆਂ ਵੀ ਸਿੱਖਾਂ ਦੇ ਵਿੱਚ ਹੁੰਦੀਆਂ ਨੇ। ਸਾਧ ਸੰਗਤ ਜੀ, ਇਕੱਲਾ ਗੁਰੂ ਹੀ ਕਰਾਮਾਤੀ ਨਹੀਂ ਹੈ, ਗੁਰੂ ਦੇ ਤਾਂ ਕੁੱਤੇ ਵੀ ਕਰਾਮਾਤੀ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਬਲ ਦਿੱਤਾ ਉਹਨਾਂ ਦੇ ਬਚਨਾਂ 'ਚ ਅੱਜ ਵੀ ਸੱਤਾ ਸੱਚੇ ਪਾਤਸ਼ਾਹ ਦੇ ਸਿੱਖ ਐਸੇ ਜਿਹੜੇ ਮਾਰ ਕੇ ਜਵਾਬ ਦਿੰਦੇ ਹਨ। ਇਹ ਗੁਰੂ ਨਾਨਕ ਦੀ ਕਲਾ ਹੈ, ਪਰ ਇਹ ਹੈ ਵੀ ਗੁਪਤ ਰੱਖਦੇ ਹਨ, ਆਪਣੀ ਸ਼ਕਤੀ ਨੂੰ ਜ਼ਾਹਰ ਨਹੀਂ ਹੋਣ ਦਿੰਦੇ। ਗੁਰੂ ਘਰ ਤੋਂ ਸਾਰੀਆਂ ਦਾਤਾਂ ਮਿਲਦੀਆਂ ਹਨ। ਬ੍ਰਹਮ ਗਿਆਨ ਮੈਂ ਰਹਿ ਲਿਵ ਲਾਏ, ਬ੍ਰਹਮ ਗਿਆਨ 'ਚ ਲਿਵ ਲਾ ਕੇ ਰੱਖਦੇ ਹਨ ਬ੍ਰਹਮ ਗਿਆਨੀ ਗੁਰਸਿੱਖ। ਸਤਰ ਮਿੱਤਰ ਮੈਂ ਬਿਰਤੀ ਸਮਾਨਾ, ਇਹੋ ਜਿਹੇ ਮਹਾਂਪੁਰਸ਼ ਹਨ, ਸਤਰੂ ਮਿੱਤਰ ਸਮਾਨ ਬਿਰਤੀ ਹੈ। ਜੇ ਕੋਈ ਉਹਨਾਂ ਦਾ ਦੁਸ਼ਮਣ ਹੈ ਤਾਂ ਵੀ ਉਹਨਾਂ ਨੂੰ ਪਰਮੇਸ਼ਰ ਦਿਸਦਾ ਹੈ, ਜੇ ਕੋਈ ਮਿੱਤਰ ਹੈ ਤਾਂ ਵੀ ਉਹਦੇ ਵਿੱਚ ਪਰਮੇਸ਼ਰ ਦਿਸਦਾ ਹੈ। ਸਤਰ ਮਿੱਤਰ ਜਾਂ ਕਾ ਏਕ ਸਮਾਨ ਹੈ, ਇਹੋ ਜਿਹੀ ਬਿਰਤੀ ਹੈ। ਰਾਜੇ ਏਕ ਰੰਗ ਤਜ ਨਾਨਾ, ਨਾਨਾ ਪ੍ਰਕਾਰ ਦੀ ਮਾਇਆ ਦੇ ਰੰਗਾਂ ਨੂੰ ਛੱਡ ਕੇ ਇੱਕ ਬ੍ਰਹਮ ਦੇ ਰੰਗ ਵਿੱਚ ਰੰਗੇ ਗਏ ਹਨ। ਕੋ ਗਿਣੀਐ ਤਰੇ ਅਨੇਕ, ਆਹਾ ਕਲਗੀਆਂ ਵਾਲੇ ਪਾਤਸ਼ਾਹ, ਬਾਜਾਂ ਵਾਲੇ ਸਤਿਗੁਰੂ ਕਿੰਨੇ ਕੁ ਤਾਰ ਦਿੱਤੇ ਹਨ, ਕੌਣ ਗਿਣਤੀ ਕਰ ਸਕਦਾ। ਤਾਰੇ ਗਿਣੇ ਜਾਤ ਤੇਰੇ, ਤਾਰੇ ਨਾ ਗਿਨਾਤ ਹੈ। ਪੱਥਰ ਵੀ ਤਾਰ ਦਿੱਤੇ, ਮਾਛੀਵਾੜੇ ਦੇ ਕੰਡੇ ਵੀ ਤਾਰ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਭੋਜਨ ਉਬਰੇ ਪਾਏ ਵਿਵੇਕ, ਮਹਾਰਾਜ ਤੋਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਭਵ ਸਾਗਰ ਤੋਂ ਪਾਰ ਲੰਘ ਗਏ, ਤਤ ਬਿਰਤ ਤੇ ਬ੍ਰਹਮ ਗਿਆਨੀ ਬਣ ਗਏ। ਸਿੱਧਾ ਸਰਬ ਪਾਏ ਆਨੰਦੇ, ਸਭ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ